सत श्री अकाल दोस्तों, आप सारिਆਂ ਦਾ ਅੱਜ ਦੀ ਵੀਡੀਓ ਵਿੱਚ ਸਵਾਗਤ ਹੈ। ਸੋ ਅੱਜ ਆਪਾਂ ਇੱਕ ਨਵੀਂ ਸੀਰੀਜ਼ ਸਟਾਰਟ ਕਰਨ ਜਾ ਰਹੇ ਹਾਂ ਸੀਟੈਟ ਜਾਂ ਪੀਟੈਟ ਲਈ ਸੀਡੀਪੀ ਦੀ ਸੀਰੀਜ਼। ਇਸ ਸੀਰੀਜ਼ ਵਿੱਚ ਆਪਾਂ ਚੈਪਟਰ ਵਾਈਜ਼ ਪ੍ਰੀਵੀਅਸ ਈਅਰ ਦੇ ਸਾਰੇ ਐਮਸੀਕਿਊ ਕਵਰ ਕਰਨ ਦੀ ਕੋਸ਼ਿਸ਼ ਕਰਾਂਗੇ ਸੋ ਦੈਟ ਆਪਾਂ ਇਸ ਸੀਟੈਟ ਜਾਂ ਆਉਣ ਵਾਲੇ ਪੀਟੈਟ ਵਿੱਚ ਅੱਛਾ ਸਕੋਰ ਕਰ ਸਕੀਏ। ਸੋ ਜ਼ਿਆਦਾ ਸਮਾਂ ਨਾ ਵੇਸਟ ਕਰਦੇ ਹੋਏ ਆਪਾਂ ਸਟਾਰਟ ਕਰਦੇ ਹਾਂ। ਤੇ ਵੀਡੀਓ ਸਟਾਰਟ ਕਰਨ ਤੋਂ ਪਹਿਲਾਂ ਮੈਂ ਤੁਹਾਨੂੰ ਇਹੀ ਗੁਜ਼ਾਰਿਸ਼ ਕਰਾਂਗਾ ਕਿ ਤੁਸੀਂ ਪੈਨ ਪੈਨਸਿਲ ਨਾਲ ਲੈ ਕੇ ਬੈਠੋ ਤੇ ਜਿਹੜੇ ਵੀ ਆਪਾਂ ਕੁਐਸਚਨਸ ਕਰੀਏ ਉਹਨਾਂ ਦੇ ਮੇਨ ਪੁਆਇੰਟਸ ਤੁਸੀਂ ਨੋਟ ਕਰਦੇ ਰਹੋ ਸੋ ਦੈਟ ਰਿਵੀਜ਼ਨ ਦੇ ਵਿੱਚ ਆਸਾਨੀ ਰਹਿ ਸਕੇ। ਸੋ ਆਪਣਾ ਪਹਿਲਾ ਕੁਐਸਚਨ ਸਟਾਰਟ ਕਰਦੇ ਹਾਂ ਅੱਜ ਦਾ। ਕਹਿੰਦੇ ਇਨ ਵਿਚ ਆਫ ਦਾ ਫੋਲੋਇੰਗ ਸਟੇਜਿਸ ਡੂ ਚਿਲਡਰਨ ਬਿਕਮ ਐਕਟਿਵ ਮੈਂਬਰ ਆਫ देयर ਪੀਅਰ ਗਰੁੱਪ। ਕਹਿੰਦੇ ਜੀ ਇਹਨਾਂ ਵਿੱਚੋਂ ਕਿਹੜੀ ਸਟੇਜ ਵਿੱਚ ਬੱਚੇ ਆਪਣੇ ਪੀਅਰ ਗਰੁੱਪ ਯਾਨੀ ਕਿ ਆਪਣੀ ਸਾਥੀਆਂ ਵਾਲੇ ਗਰੁੱਪ ਦੇ ਵਿੱਚ ਐਕਟਿਵ ਮੈਂਬਰ ਬਣ ਜਾਂਦੇ ਨੇ। ਇਹ ਬਣ ਜਾਂਦੇ ਨੇ ਜੀ ਐਡੋਲਸੈਂਸ ਯਾਨੀ ਕਿ ਕਿਸ਼ੋਰ ਅਵਸਥਾ। ਕਿਸ਼ੋਰ ਅਵਸਥਾ ਦੇ ਵਿੱਚ ਬੱਚੇ ਕੀ ਕਰਦੇ ਨੇ, ਆਪਣੇ ਗਰੁੱਪ ਦੇ ਇੱਕ ਐਕਟਿਵ ਮੈਂਬਰ ਬਣ ਜਾਂਦੇ ਨੇ। ਚਲਦੇ ਹਾਂ ਜੀ ਅਗਲੇ ਕੁਐਸਚਨ ਵੱਲ। ਵਿਚ ਆਫ ਦਾ ਫੋਲੋਇੰਗ ਸਟੇਟਮੈਂਟ ਕੈਨ ਨੋਟ ਬੀ ਕੰਸੀਡਰਡ ਐਜ਼ ਫੀਚਰ ਆਫ ਲਰਨਿੰਗ। ਹੁਣ ਕਹਿੰਦੇ ਜੀ ਇੱਥੇ ਆਪਾਂ ਲਰਨਿੰਗ ਦੇ ਫੀਚਰਸ ਦੱਸਣੇ ਨੇ, ਇਹਨਾਂ ਵਿੱਚੋਂ ਕਿਹੜੀ ਗੱਲ ਨੂੰ ਲਰਨਿੰਗ ਦਾ ਫੀਚਰ ਨਹੀਂ ਕਿਹਾ ਜਾ ਸਕਦਾ। ਦੇਖੋ ਇੱਕ ਗੱਲ ਹੋਰ ਯਾਦ ਰੱਖਣੀ ਹੈ, ਕਦੇ ਵੀ ਇੱਕ ਆਪਸ਼ਨ ਨੂੰ ਦੇਖ ਕੇ ਸੀਡੀਪੀ ਦੇ ਵਿੱਚ ਆਨਸਰ ਨਹੀਂ ਕਰਨਾ, ਸਾਰੀਆਂ ਆਪਸ਼ਨਸ ਨੂੰ ਬੜੇ ਧਿਆਨ ਨਾਲ ਬੜੀ ਚੰਗੀ ਤਰ੍ਹਾਂ ਪੜ੍ਹਨਾ ਹੈ ਅਤੇ ਉਸ ਤੋਂ ਬਾਅਦ ਹੀ ਆਨਸਰ ਕਰਨਾ। ਆਪਣੀ ਪਹਿਲੀ ਆਪਸ਼ਨ ਹੈ ਜੀ ਲਰਨਿੰਗ ਇਜ਼ ਸਮਥਿੰਗ ਦੈਟ ਅਕਰਜ਼ ਐਜ਼ ਰਿਜ਼ਲਟ ਆਫ ਸਰਟੇਨ ਐਕਸਪੀਰੀਅੰਸਿਸ। ਕਹਿੰਦੇ ਜੀ ਕੁਝ ਤਜਰਬਿਆਂ ਤੋਂ ਬਾਅਦ ਸਿੱਖੀ ਚੀਜ਼ ਨੂੰ ਲਰਨਿੰਗ ਕਿਹਾ ਜਾਂਦਾ ਹੈ। ਅੱਗੇ ਚੱਲਦੇ ਹਾਂ ਜੀ। ਸਟੱਡੀ ਆਫ ਬਿਹੇਵੀਅਰ ਇਜ਼ ਲਰਨਿੰਗ। ਬਿਹੇਵੀਅਰ ਦੀ ਸਟੱਡੀ ਨੂੰ ਕਹਿੰਦੇ ਲਰਨਿੰਗ ਕਹਿੰਦੇ ਨੇ। ਅੱਗੇ ਚੱਲਦੇ ਹਾਂ ਜੀ। ਅਨਲਰਨਿੰਗ ਇਜ਼ ਆਲਸੋ ਪਾਰਟ ਆਫ ਲਰਨਿੰਗ। ਠੀਕ ਹੈ ਜੀ, ਕਹਿੰਦੇ ਅਨਲਰਨਿੰਗ ਹੁੰਦਾ ਜਿਹੜਾ ਉਹ ਵੀ ਲਰਨਿੰਗ ਦਾ ਪਾਰਟ ਹੈ। ਨੈਕਸਟ ਆਪਸ਼ਨ ਰੀਡ ਕਰਦੇ ਹਾਂ। ਲਰਨਿੰਗ ਇਜ਼ ਦਾ ਪ੍ਰੋਸੈਸ ਦੈਟ ਮੈਡੀਏਟਸ ਬਿਹੇਵੀਅਰ। ਲਰਨਿੰਗ ਕਹਿੰਦੇ ਇੱਕ ਪ੍ਰੋਸੈਸ ਹੈ, ਇੱਕ ਕਿਰਿਆ ਹੈ ਜਿਹਦੇ ਵਿੱਚ ਆਪਾਂ ਬਿਹੇਵੀਅਰ ਨੂੰ ਮੈਡੀਏਟ ਕਰਦੇ ਹਾਂ, ਉਹਨੂੰ ਸਮਝਦੇ ਹਾਂ। ਠੀਕ ਹੈ ਜੀ। ਹੁਣ ਇੱਥੇ ਇੱਕ ਚੀਜ਼ ਦੇਖੋ, ਪਹਿਲੀ ਗੱਲ ਬਿਲਕੁਲ ਸਹੀ ਹੈ। ਹੁਣ ਇੱਥੇ ਦੂਸਰੀ ਚੀਜ਼ ਦੇਖੋ ਜੀ, ਕਹਿੰਦੇ ਬਿਹੇਵੀਅਰ ਦੀ ਸਟੱਡੀ ਨੂੰ ਲਰਨਿੰਗ ਕਿਹਾ ਜਾਂਦਾ ਹੈ। ਇਹ ਕੁਛ ਆਪਾਂ ਨੂੰ ਗੱਲ ਜੱਚ ਨਹੀਂ ਰਹੀ। ਅਤੇ ਬਾਕੀ ਜੇ ਆਪਾਂ ਦੋ ਆਪਸ਼ਨਸ ਦੇਖੀਏ, ਜਿਹੜੀ ਅਨਲਰਨਿੰਗ ਹੈ ਉਹ ਵੀ ਕੀ ਹੈ, ਲਰਨਿੰਗ ਦਾ ਪਾਰਟ ਹੈ। ਬਿਲਕੁਲ ਸਹੀ ਗੱਲ ਹੈ। ਕਈ ਵਾਰ ਕਿਸੇ ਚੀਜ਼ ਨੂੰ ਸਮਝਣ ਲਈ ਆਪਾਂ ਨੂੰ ਪਿਛਲੀ ਨੂੰ ਭੁੱਲਣਾ ਪੈਂਦਾ, ਫਿਰ ਅਗਲੀ ਨੂੰ ਸਮਝਣਾ ਪੈਂਦਾ। ਅਤੇ ਕਹਿੰਦੇ ਜੀ ਲਰਨਿੰਗ ਐਵੇਂ ਦੀ ਪ੍ਰੋਸੈਸ ਹੈ ਜਿਹੜੀ ਆਪਣੇ ਬਿਹੇਵੀਅਰ ਨੂੰ ਮੈਡੀਏਟ ਕਰਦੀ ਹੈ, ਉਹਨੂੰ ਚੇਂਜ ਕਰਦੀ, ਉਹਨੂੰ ਅਲਟਰ ਕਰਦੀ। ਬਿਲਕੁਲ ਸਹੀ ਗੱਲ ਹੈ। ਸੋ ਜਿਹੜਾ ਇਹਨਾਂ ਵਿੱਚੋਂ ਫੀਚਰ ਨਹੀਂ ਹੈਗਾ ਉਹ ਬਣ ਜਾਏਗਾ ਜੀ ਆਪਣੇ ਕੋਲ ਆਪਸ਼ਨ ਬੀ। ਠੀਕ ਹੈ ਜੀ। ਚਲਦੇ ਹਾਂ ਜੀ ਅੱਗੇ। ਕਹਿੰਦੇ ਵਿਚ ਆਫ ਦਾ ਫੋਲੋਇੰਗ ਸਟੇਟਮੈਂਟ ਇਜ਼ ਨੋਟ ਕਰੈਕਟ ਅਬਾਊਟ ਡਿਵਲਪਮੈਂਟ। ਕਹਿੰਦੇ ਜੀ ਡਿਵਲਪਮੈਂਟ ਬਾਰੇ ਇਹਨਾਂ ਵਿੱਚੋਂ ਕਿਹੜੀ ਗੱਲ ਸਹੀ ਨਹੀਂ ਹੈ। ਹੁਣ ਪਹਿਲੀ ਗੱਲ ਹੈ, ਕਹਿੰਦੇ ਜੀ ਈਚ ਫੇਸ ਆਫ ਡਿਵਲਪਮੈਂਟ ਹੈਜ਼ ਹੈਜ਼ਾਰਡਸ। ਕਹਿੰਦੇ ਜੀ ਡਿਵਲਪਮੈਂਟ ਦੇ ਹਰੇਕ ਫੇਸ ਦੇ ਵਿੱਚ ਖਤਰੇ ਹੈਗੇ ਨੇ। ਬਿਲਕੁਲ ਸਹੀ ਹੈ ਜੀ, ਅਲੱਗ-ਅਲੱਗ ਤਰ੍ਹਾਂ ਦੇ ਖਤਰੇ ਹੈਗੇ ਨੇ ਆਪਣੇ ਕੋਲ। ਨੈਕਸਟ ਪੜ੍ਹਦੇ ਹਾਂ। ਡਿਵਲਪਮੈਂਟ ਇਜ਼ ਨੋਟ ਏਡਿਡ ਬਾਈ ਸਟੀਮੂਲੇਸ਼ਨ। ਸਟੀਮੂਲੇਸ਼ਨ ਹੁੰਦਾ ਜੀ ਚੇਂਜ ਆਉਣਾ। ਕਹਿੰਦੇ ਜੀ ਚੇਂਜ ਆਉਣ ਦੇ ਨਾਲ ਇਹਨੂੰ ਕੋਈ ਵੀ ਫਰਕ ਨਹੀਂ ਪੈਂਦਾ। ਹੁਣ ਇਹ ਗੱਲ ਆਪਾਂ ਨੂੰ ਥੋੜ੍ਹੀ ਜਿਹੀ ਅਟਪਟੀ ਲੱਗ ਰਹੀ ਹੈ, ਬਟ ਮੈਂ ਜਿਵੇਂ ਤੁਹਾਨੂੰ ਪਹਿਲਾਂ ਕਿਹਾ ਸਾਰੇ ਆਪਸ਼ਨਸ ਰੀਡ ਕਰਨੇ ਨੇ ਅਤੇ ਫਿਰ ਆਨਸਰ ਦੇਣਾ। ਚਲਦੇ ਹਾਂ ਜੀ ਅਗਲੇ ਆਪਸ਼ਨ 'ਤੇ। ਡਿਵਲਪਮੈਂਟ ਇਜ਼ ਅਫੈਕਟਡ ਬਾਏ ਕਲਚਰਲ ਚੇਂਜਿਸ। ਕਹਿੰਦੇ ਜੀ ਕਿਸੇ ਦੇ ਕਲਚਰਲ ਚੇਂਜਿਸ ਦੇ ਕਾਰਨ ਡਿਵਲਪਮੈਂਟ ਅਫੈਕਟ ਹੁੰਦੀ ਹੈ। ਇਹ ਤਾਂ ਬਿਲਕੁਲ ਹੀ ਸਹੀ ਗੱਲ ਹੈ। ਇੱਕ ਕਲਚਰ ਇੱਕ ਚਾਈਲਡ ਨੂੰ ਥੋੜ੍ਹਾ ਅਲੱਗ ਵੇ ਨਾਲ ਡਿਵੈਲਪ ਕਰਵਾਏਗਾ, ਜਿੱਥੇ ਕਿ ਦੂਸਰਾ ਕਲਚਰ ਉਹ ਬੱਚੇ 'ਤੇ ਅਲੱਗ ਤਰ੍ਹਾਂ ਦਾ ਪ੍ਰਭਾਵ ਪਾਏਗਾ। ਚਲਦੇ ਹਾਂ ਜੀ ਅੱਗੇ। ਕਹਿੰਦੇ ਈਚ ਫੇਸ ਆਫ ਡਿਵਲਪਮੈਂਟ ਹੈਜ਼ ਕਰੈਕਟਰਿਸਟਿਕ ਬਿਹੇਵੀਅਰ। ਕਹਿੰਦੇ ਜੀ ਡਿਵਲਪਮੈਂਟ ਦਾ ਹਰੇਕ ਫੇਸ ਉਹਦੇ ਕੁਛ ਆਪਣਾ ਬਿਹੇਵੀਅਰ ਹੈ, ਉਹਦੇ ਆਪਣੇ ਕਰੈਕਟਰਿਸਟਿਕਸ ਨੇ। ਬਿਲਕੁਲ ਸਹੀ ਗੱਲ ਹੈ। ਸੋ ਇੱਥੇ ਜਿਹੜੀ ਗੱਲ ਗਲਤ ਹੋਈ, ਜਿਹੜੀ ਗੱਲ ਇਸ ਚੀਜ਼ ਨੂੰ ਡਿਵਲਪਮੈਂਟ ਨੂੰ ਸੈਟਿਸਫਾਈ ਨਹੀਂ ਕਰ ਰਹੀ, ਉਹ ਹੈ ਜੀ ਆਪਸ਼ਨ ਬੀ। ਇੱਥੇ ਆਪਣਾ ਆਨਸਰ ਕੀ ਬਣ ਜਾਏਗਾ ਜੀ, ਆਪਸ਼ਨ ਬੀ। ਚਲਦੇ ਹਾਂ ਜੀ ਅਗਲੇ ਕੁਐਸਚਨ ਵੱਲ। ਕਹਿੰਦੇ ਵਿਚ ਆਫ ਦਾ ਫੋਲੋਇੰਗ ਡਿਵਲਪਮੈਂਟ ਟਾਸਕ ਇਜ਼ ਨੋਟ ਐਪਰੋਪਰੀਏਟ ਟੂ ਲੇਟ ਚਾਈਲਡਹੁੱਡ। ਕਹਿੰਦੇ ਜੀ ਲੇਟ ਚਾਈਲਡਹੁੱਡ ਜਿਹੜੀ ਜੀ ਆਪਣੇ ਕੋਲ ਇੱਕ ਹੁੰਦੀ ਆਪਣੇ ਕੋਲ ਪੂਰਵ ਬਾਲ ਅਵਸਥਾ, ਇੱਕ ਹੁੰਦੀ ਉੱਤਰ ਬਾਲ ਅਵਸਥਾ ਜਾਂ ਪਿਛਲੀ ਬਾਲ ਅਵਸਥਾ, ਕਿਹੜਾ ਇਹਨਾਂ ਦਾ ਕਰੈਕਟਰ ਨਹੀਂ ਹੈ। ਹੁਣ ਫਿਰ ਆਪਾਂ ਸਾਰੀਆਂ ਗੱਲਾਂ ਰੀਡ ਕਰਾਂਗੇ ਅਤੇ ਆਨਸਰ ਦੇਵਾਂਗੇ। ਕਹਿੰਦੇ ਲਰਨਿੰਗ ਫਿਜ਼ੀਕਲ ਸਕਿੱਲਸ ਨੈਸੈਸਰੀ ਫॉर ਆਰਡੀਨਰੀ ਗੇਮਸ। ਕਹਿੰਦੇ ਜੀ ਕੁਛ ਆਮ ਫਿਜ਼ੀਕਲ ਸਕਿੱਲਸ ਨੂੰ ਸਿੱਖਣਾ ਆਮ ਗੇਮਸ ਲਈ, ਇਹ ਹੋ ਸਕਦਾ ਜੀ, ਕੋਈ ਇਹਦੇ 'ਚ ਵੱਡੀ ਗੱਲ ਨਹੀਂ। ਨੈਕਸਟ ਹੈ ਜੀ ਅਚੀਵਿੰਗ ਮੈਸਕੂਲਾਈਨ ਔਰ ਫੈਮਾਈਨ ਸੋਸ਼ਲ ਰੋਲ। ਕਹਿੰਦੇ ਜੀ ਇੱਕ ਮੇਲ ਦਾ ਜਾਂ ਇੱਕ ਫੀਮੇਲ ਦਾ ਸੋਸ਼ਲ ਰੋਲ ਨੂੰ ਅਚੀਵ ਕਰ ਲੈਣਾ, ਉਸ ਲੈਵਲ ਤੱਕ ਪਹੁੰਚ ਜਾਣਾ।
ਅੱਗੇ ਇੱਕ ਵਾਰ ਚਲਦੇ ਹਾਂ। ਅਚੀਵਿੰਗ ਪਰਸਨਲ ਇੰਡੀਪੈਂਡੈਂਸ। ਹੁਣ ਕੀ ਕਰਨਾ ਜੀ, ਬੱਚਾ ਕੀ ਕਰਦਾ ਆਪਣੇ ਆਪ ਨੂੰ ਇੱਕ ਆਪਣੀ ਪਰਸਨਲ ਆਜ਼ਾਦੀ ਸਮਝਦਾ। ਲਾਸਟ ਏ ਲਰਨਿੰਗ ਟੂ ਗੈਟ ਅਲੋਂਗ ਵਿਦ ਏਜ ਮੇਟਸ, ਆਪਣੇ ਏਜ ਮੇਟਸ ਦੇ ਨਾਲ ਸਿੱਖਣ ਲੱਗ ਜਾਂਦਾ। ਹੁਣ ਇੱਥੇ ਦੇਖੋ ਜੀ, ਲੇਟਰ ਚਾਈਲਡਹੁੱਡ, ਪਹਿਲਾਂ ਤਾਂ ਤੁਸੀਂ ਏਜ ਸਮਝੋ ਆਪਣੀ, ਮਤਲਬ 7 ਤੋਂ 11 ਸਾਲ ਦੀ ਏਜ। ਉਹਦੇ ਵਿੱਚ ਫਿਜ਼ੀਕਲ ਸਕਿੱਲਸ ਨੂੰ ਬੱਚਾ ਸਿੱਖਦਾ ਹੈ, ਕੋਈ ਦਿੱਕਤ ਨਹੀਂ। ਫਿਰ ਜੇ ਆਪਾਂ ਗੱਲ ਕਰੀਏ ਉਹ ਮੈਸਕੂਲਾਈਨ ਜਾਂ ਫੈਮਾਈਨ ਰੋਲ ਉਹਦੇ ਕੋਲ ਨਹੀਂ ਆਉਂਦਾ। ਇਹ ਜਿਹੜਾ ਮੈਸਕੂਲਾਈਨ ਇੱਕ ਮਰਦ ਦਾ ਜਾਂ ਇੱਕ ਔਰਤ ਦਾ ਰੋਲ ਏ, ਇਹ ਉਹ ਪਲੇ ਕਰਨਾ ਸਟਾਰਟ ਕਰਦਾ ਹੈ ਜਦੋਂ ਉਹ ਵੱਡਾ ਹੋ ਜਾਂਦਾ, ਆਪਣੇ ਅਡਲਟਹੁੱਡ ਵਿੱਚ ਪਹੁੰਚ ਜਾਂਦਾ, ਜਾਂ ਕਹਿ ਲਓ ਐਡੋਲੈਸੈਂਸ ਦੀ ਕੁਛ ਹੱਦ ਤੱਕ। ਪਰ ਚਾਈਲਡਹੁੱਡ ਵਿੱਚ ਹੁੰਦਾ ਉਦੋਂ ਆਪਾਂ ਮੇਲ ਅਤੇ ਫੀਮੇਲ ਦੇ ਵਿੱਚ ਜ਼ਿਆਦਾ ਅੰਤਰ ਉਸ ਬੱਚੇ ਨੂੰ ਨਹੀਂ ਸਿਖਾਉਂਦੇ। ਸੋ ਇੱਥੇ ਆਪਣਾ ਆਨਸਰ ਬਣ ਜਾਏਗਾ ਜੀ ਆਪਸ਼ਨ ਬੀ। ਚਲਦੇ ਹਾਂ ਜੀ ਅਗਲੇ ਕੁਐਸਚਨ ਵੱਲ। ਕਹਿੰਦੇ ਵਿਚ ਆਫ ਦਾ ਫੋਲੋਇੰਗ ਸਟੇਟਮੈਂਟ ਇਜ਼ ਨੋਟ ਟਰੂ ਅਬਾਊਟ ਡਿਵੈਲਪਮੈਂਟ। ਹੁਣ ਇੱਥੇ ਨਾ ਡਿਵੈਲਪਮੈਂਟ ਦੇ ਅਲੱਗ-ਅਲੱਗ ਪ੍ਰਿੰਸੀਪਲ ਦਿੱਤੇ ਨੇ। ਕਹਿੰਦੇ ਜੀ ਡਿਵੈਲਪਮੈਂਟ ਇਜ਼ ਪ੍ਰੋਡਕਟ ਆਫ ਇੰਟਰੈਕਸ਼ਨ। ਇੰਟਰੈਕਸ਼ਨ ਦਾ ਗੁਣਨ ਫਲ ਹੈ, ਮਤਲਬ ਜੀ ਕੁਛ ਚੀਜ਼ਾਂ ਇੰਟਰੈਕਟ ਕਰਨਗੀਆਂ ਉਹਦੇ ਕਰਕੇ ਬੱਚਾ ਦਾ ਵਿਕਾਸ ਹੁੰਦਾ। ਬਿਲਕੁਲ ਸਹੀ ਗੱਲ ਹੈ ਜੀ। ਜਿਵੇਂ ਆਪਣਾ ਇਨਵਾਇਰਮੈਂਟ ਅਤੇ ਆਪਣੀ ਜਿਹੜੀ ਅਨੁਵਾਂਸ਼ਿਕਤਾ ਹੈਰੀਡਿਟੀ, ਇਹਨਾਂ ਦੀ ਇੰਟਰੈਕਸ਼ਨ ਨਾਲ ਬੱਚੇ ਦਾ ਵਿਕਾਸ ਹੁੰਦਾ। ਡਿਵੈਲਪਮੈਂਟ ਫੋਲੋਜ਼ ਐਨ ਆਰਡਰਲੀ ਸੀਕੁਐਂਸ। ਜਿਹੜਾ ਡਿਵੈਲਪਮੈਂਟ ਹੈ ਇਹਦੇ ਵਿੱਚ ਇੱਕ ਅੱਛਾ ਕ੍ਰਮ ਹੁੰਦਾ। ਬਿਲਕੁਲ ਸਹੀ ਗੱਲ ਹੈ। ਜਿਵੇਂ ਇੱਕ ਛੋਟਾ ਬੱਚਾ ਹੈ, ਪਹਿਲਾਂ ਉਹ ਰਿੜਨਾ ਸਿੱਖਦਾ, ਫਿਰ ਉਹ ਖੜਾ ਹੋਣਾ ਸਿੱਖਦਾ, ਫਿਰ ਉਹ ਤੁਰਨਾ ਸਿੱਖਦਾ। ਇਹਦੇ 'ਚ ਇੱਕ ਆਰਡਰ ਹੁੰਦਾ। ਕਦੇ ਵੀ ਐਂ ਨਹੀਂ ਹੋਏਗਾ ਜੀ ਬੱਚਾ ਬਿਲਕੁਲ ਸਿੱਧਾ ਦੌੜਨਾ ਸ਼ੁਰੂ ਕਰ ਦੇਗਾ, ਠੀਕ ਹੈ ਜੀ। ਇੱਕ ਆਰਡਰ ਹੁੰਦਾ, ਇੱਕ ਸੀਕੁਐਂਸ ਹੁੰਦੀ ਹੈ। ਅਗਲਾ ਹੈ ਜੀ ਆਪਣੇ ਕੋਲ ਡਿਵੈਲਪਮੈਂਟ ਇਜ਼ ਐਨ ਇੰਡੀਵਿਜੂਅਲਾਈਜ਼ਡ ਪ੍ਰੋਸੈਸ। ਕਹਿੰਦੇ ਜੀ ਡਿਵੈਲਪਮੈਂਟ ਇਹ ਇਕੱਲੇ ਇਕੱਲੇ ਦੀ ਅਲੱਗ-ਅਲੱਗ ਪ੍ਰੋਸੈਸ ਹੈ। ਇਹ ਵੀ ਗੱਲ ਬਿਲਕੁਲ ਸਹੀ ਹੈ। ਤੁਸੀਂ ਨੋਟ ਕਰੋ, ਕਈ ਵਾਰ ਆਪਾਂ ਦੋ ਬੱਚਿਆਂ ਵਿੱਚ ਦੇਖਦੇ ਹਾਂ, ਦੋਨੋਂ ਸੇਮ ਏਜ ਦੇ ਨੇ, ਬਟ ਇੱਕ ਬੱਚਾ ਬਹੁਤ ਜ਼ਿਆਦਾ ਇੰਟੈਲੀਜੈਂਟ ਹੁੰਦਾ, ਇੱਕ ਬੱਚੇ ਦੀ ਇੰਟੈਲੀਜੈਂਸੀ ਸਿੱਖਣ ਦੀ ਪਾਵਰ ਥੋੜ੍ਹੀ ਜਿਹੀ ਘੱਟ ਹੁੰਦੀ ਹੈ। ਇਹ ਇੰਡੀਵਿਜੂਅਲ ਟੂ ਇੰਡੀਵਿਜੂਅਲ ਡਿਫਰੈਂਸ ਰੱਖਦੀ ਹੈ। ਅਤੇ ਲਾਸਟ ਆਪਣੇ ਕੋਲ ਆ ਗਿਆ ਜੀ ਡਿਵੈਲਪਮੈਂਟ ਪ੍ਰੋਸੀਡ ਫਰੋਮ ਸਪੈਸੀਫਿਕ ਟੂ ਜਰਨਲ। ਇਹ ਜਿਹੜੀ ਆਪਣੇ ਕੋਲ ਆਪਸ਼ਨ ਹੈ ਇਹ ਇੱਥੇ ਰੋਂਗ ਹੋ ਜਾਏਗੀ। ਸਪੈਸੀਫਿਕ ਟੂ ਜਰਨਲ ਨਹੀਂ ਹੁੰਦੀ ਕਦੇ ਵੀ ਡਿਵੈਲਪਮੈਂਟ। ਡਿਵੈਲਪਮੈਂਟ ਹੁੰਦੀ ਜੀ ਜਰਨਲ। ਜਰਨਲ ਮਤਲਬ ਤੁਸੀਂ ਐਵੇਂ ਸਮਝੋ ਕਿ ਪਹਿਲਾਂ ਆਪਾਂ ਆਮ ਚੀਜ਼ਾਂ ਨੂੰ ਸਿੱਖਦੇ ਹਾਂ, ਜਰਨਲ ਗੱਲਾਂ ਨੂੰ ਸਿੱਖਦੇ ਹਾਂ, ਫਿਰ ਆਪਾਂ ਕੁਛ ਪਰਟੀਕੂਲਰ ਕੇਸਿਸ ਨੂੰ, ਪਰਟੀਕੂਲਰ ਗੱਲਾਂ ਨੂੰ ਸਿੱਖਦੇ ਹਾਂ। ਸੋ ਇੱਥੇ ਆਉਣਾ ਚਾਹੀਦਾ ਵੈਸੇ ਡਿਵੈਲਪਮੈਂਟ ਪ੍ਰੋਸੀਡ ਫਰੋਮ ਜਰਨਲ ਟੂ ਸਪੈਸੀਫਿਕ। ਜੇ ਐਵੇਂ ਹੁੰਦਾ ਤਾਂ ਇਹ ਗੱਲ ਸਹੀ ਸੀ, ਹੁਣ ਉਲਟਾ ਲਿਖਿਆ ਅਤੇ ਇਹ ਗੱਲ ਕੀ ਹੋ ਗਈ, ਰੋਂਗ ਹੋ ਗਈ। ਚਲਦੇ ਹਾਂ ਜੀ ਅੱਗੇ। ਉਹ ਕੁਐਸਚਨ ਨੂੰ ਛੱਡ ਦੇਣਾ, ਆਪਾਂ ਨੈਕਸਟ ਕੁਐਸਚਨ 'ਤੇ ਚਲਦੇ ਹਾਂ। ਕਹਿੰਦੇ ਨੈਕਸਟ ਕੁਐਸਚਨ ਆ ਗਿਆ, ਦ ਬੈਸਟ ਮੈਥਡ ਟੂ ਸਟੱਡੀ ਗਰੋਥ ਐਂਡ ਡਿਵੈਲਪਮੈਂਟ ਆਫ ਚਾਈਲਡ ਇਜ਼। ਕਹਿੰਦੇ ਬੱਚੇ ਦੀ ਗਰੋਥ ਅਤੇ ਡਿਵੈਲਪਮੈਂਟ ਨੂੰ ਸਟੱਡੀ ਕਰਨ ਵਾਸਤੇ ਬੈਸਟ ਮੈਥਡ ਕਿਹੜਾ ਹੈ। ਟੀਚਿੰਗ ਦੇ ਅਲੱਗ-ਅਲੱਗ ਮੈਥਡਸ ਹੁੰਦੇ ਨੇ, ਇਹਨਾਂ ਵਿੱਚੋਂ ਇੱਕ ਆਪਣੇ ਕੋਲ ਹੈਗਾ ਜੀ ਸਾਈਕੋ ਐਨਾਲਿਟਿਕ। ਇਹਦੇ ਵਿੱਚ ਆਪਾਂ ਬੱਚੇ ਦੀ ਸਾਈਕੋਲੋਜੀ ਨੂੰ ਐਨਾਲਾਈਜ਼ ਕਰਨਾ ਹੈ, ਉਹਨੂੰ ਸਮਝਣਾ। ਇਹ ਜਿਹੜਾ ਮੈਥਡ ਹੈ ਬੈਸਟ ਹੁੰਦਾ ਬੱਚੇ ਦੀ ਸਾਈਕੋਲੋਜੀ ਨੂੰ ਸਟੱਡੀ ਕਰਨ ਵਾਸਤੇ। ਉਮੀਦ ਕਰਦਾ ਤੁਹਾਨੂੰ ਬੜੇ ਅੱਛੇ ਤਰੀਕੇ ਨਾਲ ਸਮਝ ਆ ਰਹੀ ਹੋਏਗੀ ਅਤੇ ਤੁਸੀਂ ਇਹ ਕੰਮ ਨੂੰ ਨੋਟ ਵੀ ਕਰ ਰਹੇ ਹੋਵੋਗੇ। ਅਤੇ ਮੈਂ ਤੁਹਾਨੂੰ ਇੱਥੇ ਰਿਕੁਐਸਟ ਕਰਦਾ ਤੁਸੀਂ ਇਹ ਵੀਡੀਓਜ਼ ਜਿਹੜੇ ਤੁਹਾਡੇ ਹੋਰ ਦੋਸਤ ਮਿੱਤਰ ਸੀਟੈਟ ਜਾਂ ਪੀਟੈਟ ਦੀ ਤਿਆਰੀ ਕਰ ਰਹੇ ਨੇ ਉਹਨਾਂ ਨਾਲ ਸ਼ੇਅਰ ਕਰ ਸਕਦੇ ਹੋ, ਅਤੇ ਉਹ ਵੀ ਇਸ ਵੀਡੀਓ ਤੋਂ ਫਾਇਦਾ ਲੈ ਸਕਣ। ਚਲਦੇ ਹਾਂ ਜੀ ਅੱਗੇ। ਕਹਿੰਦੇ ਵਾਟ ਆਰ ਦ ਫੈਕਟਰਸ ਰਿਲੇਟਿਡ ਟੂ ਲਰਨਰ ਦੈਟ ਅਫੈਕਟਸ ਦ ਲਰਨਿੰਗ। ਕਹਿੰਦੇ ਜੀ ਕਿਹੜੇ ਫੈਕਟਰ ਨੇ ਬੱਚੇ ਦੇ, ਠੀਕ ਹੈ ਜੀ, ਲਰਨਰ ਦੇ, ਸਿੱਖਣ ਵਾਲੇ ਦੇ, ਜਿਹੜੇ ਲਰਨਿੰਗ ਨੂੰ ਇਫੈਕਟ ਕਰਨਗੇ। ਕਹਿੰਦੇ ਜੀ ਉਹਦੀ ਫਿਜ਼ੀਕਲ, ਸਰੀਰਿਕ ਅਤੇ ਮੈਂਟਲ ਹੈਲਥ। ਬਿਲਕੁਲ ਜੀ, ਹੈਲਥ ਤਾਂ ਬੱਚੇ ਦੀ ਅਫੈਕਟ ਕਰੇਗੀ। ਨੈਕਸਟ ਹੈ ਜੀ ਲੈਵਲ ਆਫ ਐਸਪੀਰੇਸ਼ਨ ਐਂਡ ਅਚੀਵਮੈਂਟ ਮੋਟੀਵੇਸ਼ਨ। ਬੱਚੇ ਦਾ ਲੈਵਲ ਕੀ ਹੈ ਮੋਟੀਵੇਸ਼ਨ ਦਾ, ਉਹਦੀ ਸਿੱਖਣ ਦੀ ਇੱਛਾ ਕਿੰਨੀ ਹੈ, ਇਹ ਵੀ ਬਿਲਕੁਲ ਕਰੇਗਾ। ਰੈਡੀਨੈਸ ਐਂਡ ਵਿਲ ਪਾਵਰ, ਬੱਚੇ ਦੀ ਅੰਦਰ ਦੀ ਮਤਲਬ ਕਿੰਨਾ ਉਹਦਾ ਦਿਲ ਕਰ ਰਿਹਾ ਸਿੱਖਣ ਦਾ। ਸੋ ਇੱਥੇ ਜਿਹੜੇ ਸਾਰੇ ਪੁਆਇੰਟ ਨੇ ਸਾਰੇ ਹੀ ਕੀ ਕਰਨਗੇ ਜੀ, ਇਹ ਸਾਰੇ ਫੈਕਟਰ ਅਫੈਕਟ ਕਰਨਗੇ ਲਰਨਿੰਗ ਦੀ ਪ੍ਰੋਸੈਸ ਨੂੰ। ਆਪਸ਼ਨ ਕੀ ਆ ਗਿਆ ਜੀ ਆਪਣੇ ਕੋਲ, ਆਪਸ਼ਨ ਡੀ ਆ ਗਿਆ, ਫੋਰਥ ਆਪਸ਼ਨ। ਚਲਦੇ ਹਾਂ ਜੀ ਆਪਣੇ ਅਗਲੇ ਕੁਐਸਚਨ 'ਤੇ। ਨੈਕਸਟ ਆ ਗਿਆ ਜੀ ਕੋਗਨੇਟਿਵ ਡਿਵੈਲਪਮੈਂਟ ਮੀਨਸ। ਹੁਣ ਦੇਖੋ ਜੀ ਇੱਕ ਆਉਂਦੀ ਕੋਗਨੇਟਿਵ ਡਿਵੈਲਪਮੈਂਟ ਯਾਨੀ ਕਿ ਸੰਗਿਆਨਾਤਮਕ ਵਿਕਾਸ। ਸੰਗਿਆਨਾਤਮਕ ਵਿਕਾਸ ਰੱਖਦਾ ਜੀ ਮਤਲਬ ਦਿਮਾਗ ਦੇ ਵਿਕਾਸ ਨਾਲ, ਠੀਕ ਹੈ ਜੀ। ਸੋ ਇੱਥੇ ਦੇਖੋ ਡਿਵੈਲਪਮੈਂਟ ਆਫ ਇੰਟੈਲੀਜੈਂਸ, ਡਿਵੈਲਪਮੈਂਟ ਆਫ ਚਾਈਲਡ, ਡਿਵੈਲਪਮੈਂਟ ਆਫ ਫਿਜ਼ੀਕਲ ਸਕਿੱਲਸ, ਡਿਵੈਲਪਮੈਂਟ ਆਫ ਇੰਡੀਵਿਜੂਅਲ। ਸੋ ਇੱਥੇ ਆਪਣਾ ਬੈਸਟ ਜਿਹੜਾ ਆਨਸਰ ਬਣ ਜਾਏਗਾ ਉਹ ਬਣ ਜਾਏਗਾ ਜੀ ਡਿਵੈਲਪਮੈਂਟ ਆਫ ਇੰਟੈਲੀਜੈਂਸ, ਠੀਕ ਹੈ ਜੀ, ਬੱਚੇ ਦੀ ਇੰਟੈਲੀਜੈਂਸ ਦਾ ਵਿਕਾਸ। ਚਲਦੇ ਹਾਂ ਜੀ ਅੱਗੇ। ਕਹਿੰਦੇ ਵਿਚ ਆਫ ਦਾ ਫੋਲੋਇੰਗ ਇਜ਼ ਮੋਸਟ ਐਸੈਂਸ਼ੀਅਲ ਫॉर ਲਰਨਿੰਗ। ਕਹਿੰਦੇ ਜੀ ਲਰਨਿੰਗ ਵਾਸਤੇ ਸਭ ਤੋਂ ਜ਼ਰੂਰੀ ਚੀਜ਼ ਕੀ ਹੈ। ਕਹਿੰਦੇ ਜੀ ਬੱਚੇ ਦੀ ਗੁੱਡ ਪਰਸੈਂਟੇਜ, ਹਾਈ ਇੰਟੈਲੀਜੈਂਸ, ਗੁੱਡ ਸਕੂਲ ਜਾਂ ਡਿਜ਼ਾਇਰ ਟੂ ਲਰਨ। ਹੁਣ ਦੇਖੋ ਜੀ ਜਿਹੜੀ ਵੀ ਲਰਨਿੰਗ ਲਈ ਸਭ ਤੋਂ ਜ਼ਰੂਰੀ ਚੀਜ਼ ਇਹ ਹੈ ਜੀ ਡਿਜ਼ਾਇਰ ਟੂ ਲਰਨ, ਪੜ੍ਹਨ ਦੀ ਇੱਛਾ।
ਜੇ ਇੱਛਾ ਹੋਏਗੀ ਫਿਰ ਸਕੂਲ ਚੰਗਾ ਹੋਵੇ ਮਾੜਾ ਹੋਵੇ, ਠੀਕ ਹੈ ਜੀ, ਬੱਚੇ ਦੀ ਇੰਟੈਲੀਜੈਂਸ ਹਾਈ ਹੋਵੇ ਲੋ ਹੋਵੇ, ਥੋੜ੍ਹਾ ਜਿਹਾ ਟਾਈਮ ਲੈ ਸਕਦਾ ਬੱਚਾ, ਬਟ ਸਿੱਖ ਜ਼ਰੂਰ ਜਾਏਗਾ। ਸੋ ਇਹਨਾਂ ਵਿੱਚੋਂ ਜੇ ਸਭ ਤੋਂ ਜ਼ਿਆਦਾ ਕੋਈ ਐਸੈਂਸ਼ੀਅਲ ਚੀਜ਼ ਹੈ ਉਹ ਹੈ ਜੀ ਡਿਜ਼ਾਇਰ ਟੂ ਲਰਨ। ਚਲਦੇ ਹਾਂ ਜੀ ਅਗਲੇ ਕੁਐਸਚਨ 'ਤੇ। ਵਿਚ ਆਫ ਦ ਫੋਲੋਇੰਗ ਇਜ਼ ਨੋਟ ਗੁੱਡ ਫॉर ਕੁਆਲਿਟੀ ਲਰਨਿੰਗ। ਕਹਿੰਦੇ ਜੀ ਕੁਆਲਿਟੀ ਲਰਨਿੰਗ ਲਈ ਇਹਨਾਂ ਵਿੱਚੋਂ ਕਿਹੜੀ ਚੀਜ਼ ਚੰਗੀ ਨਹੀਂ ਹੈਗੀ। ਦੇਖੋ ਜੀ ਨੋਟਸ ਬਣਾਉਣਾ ਇਹ ਤਾਂ ਵੈਸੇ ਚੰਗੀ ਗੱਲ ਹੈ, ਐਕਸਟਰਾ ਰੀਡਿੰਗ ਕੁਛ ਐਕਸਟਰਾ ਪੜ੍ਹਨਾ ਇਹ ਵੀ ਚੰਗੀ ਗੱਲ ਹੈ, ਯੂਜ਼ਿੰਗ ਗਾਈਡ ਬੁੱਕਸ ਅਤੇ ਸੈਲਫ ਸਟੱਡੀ। ਦੇਖੋ ਹੁਣ ਚਾਰਾਂ ਵਿੱਚੋਂ ਕਿਹੜੀ ਚੀਜ਼ ਨੈਗੇਟਿਵ ਰੀਪ੍ਰਜੈਂਟ ਕਰ ਰਹੀ ਹੈ, ਇਹ ਕਰ ਰਹੇ ਜੀ ਗਾਈਡ ਬੁੱਕਸ। ਤੁਸੀਂ ਆਮ ਤੌਰ 'ਤੇ ਦੇਖਿਆ ਹੋਏਗਾ ਸਕੂਲਾਂ ਦੇ ਵਿੱਚ ਗਾਈਡ ਦਾ ਯੂਜ਼ ਕਰਨਾ ਬੈਨ ਕੀਤਾ ਜਾਂਦਾ। ਕਿਉਂ? ਕਿਉਂਕਿ ਗਾਈਡ ਤੋਂ ਬੱਚੇ ਕੀ ਕਰਦੇ ਨੇ, ਅਕਸਰ ਹੀ ਸੇਮ ਆਨਸਰਸ ਨੂੰ ਨੋਟ ਕਰ ਲੈਂਦੇ ਨੇ, ਟੀਚਰਸ ਵੀ ਕੀ ਕਰਦੇ ਨੇ, ਅਕਸਰ ਸੇਮ ਆਨਸਰਸ ਨੂੰ ਨੋਟ ਕਰਵਾ ਦਿੰਦੇ ਨੇ। ਇਹ ਚੀਜ਼ ਬਿਲਕੁਲ ਗਲਤ ਹੈ। ਬੱਚਿਆਂ ਨੂੰ ਉਹਨਾਂ ਦਾ ਖੁਦ ਦਾ ਜਿਹੜਾ ਦਿਮਾਗ ਹੈ ਆਪਾਂ ਨੂੰ ਡਿਵੈਲਪ ਕਰਵਾਉਣਾ ਚਾਹੀਦਾ, ਉਹਨਾਂ ਨੂੰ ਖੁਦ ਦੀ ਉਹਨਾਂ ਦੀ ਸੋਚਣ ਦੀ ਸਮਝਣ ਦੀ ਸ਼ਕਤੀ ਵਧਾਉਣੀ ਚਾਹੀਦੀ ਹੈ, ਅਤੇ ਉਹਨਾਂ ਨੂੰ ਜਿਹੜੇ ਕੁਐਸਚਨਸ ਨੇ ਖੁਦ ਕਰਨ ਲਈ ਕਹਿਣੇ ਚਾਹੀਦੇ ਨੇ। ਸੋ ਇੱਥੇ ਜਿਹੜਾ ਆਨਸਰ ਬਣ ਜਾਏਗਾ ਜੀ ਆਪਣੇ ਕੋਲ ਆਨਸਰ ਸੀ। ਚਲਦੇ ਹਾਂ ਜੀ ਅੱਗੇ। ਕਹਿੰਦੇ ਜੀ ਹਿਊਮਨ ਡਿਵੈਲਪਮੈਂਟ ਇਜ਼ ਡਿਵਾਈਡਿਡ ਇਨਟੂ ਡੋਮੇਨਸ ਸੱਚ ਐਜ਼। ਆਪਣੀ ਡਿਵੈਲਪਮੈਂਟ ਦੇ ਕਿੰਨੇ ਡੋਮੇਨ ਨੇ? ਬੜਾ ਈਜ਼ੀ ਹੈ, ਇਸ ਨੂੰ ਯਾਦ ਰੱਖਣਾ ਹੈ ਜੀ PCSE। ਦੇਖੋ PCSE ਕਿਵੇਂ ਯਾਦ ਰੱਖਣਾ? ਫਿਜ਼ੀਕਲ, ਕੋਗਨੇਟਿਵ, ਇਮੋਸ਼ਨਲ ਅਤੇ ਸੋਸ਼ਲ, ਚਾਰ ਨੇ। ਹੁਣ ਇਹਨਾਂ ਵਿੱਚੋਂ ਆਪਸ਼ਨ ਦੇਖ ਲਓ ਜੀ, ਆਪਣੇ ਕੋਲ ਬਣ ਜਾਂਦੀ ਆਪਸ਼ਨ ਸੈਕਿੰਡ ਫਿਜ਼ੀਕਲ, ਕੋਗਨੇਟਿਵ, ਇਮੋਸ਼ਨਲ ਅਤੇ ਸੋਸ਼ਲ। ਇਹ ਚਾਰ ਨੇ ਜਿਹੜੀਆਂ ਆਪਣੇ ਕੋਲ ਡਿਵੈਲਪਮੈਂਟ ਦੇ ਡੋਮੇਨਸ ਹੈਗੇ ਨੇ। ਚਲਦੇ ਹਾਂ ਜੀ ਅੱਗੇ। ਕਹਿੰਦੇ ਜੀ ਡਿਵੈਲਪਮੈਂਟ ਸਟਾਰਟ ਫਰੋਮ। ਹੁਣ ਡਿਵੈਲਪਮੈਂਟ ਕਹਿੰਦੇ ਵਿਕਾਸ ਕਿੱਥੋਂ ਸ਼ੁਰੂ ਹੁੰਦਾ? ਯਾਦ ਰੱਖਿਆ ਜੇ ਮਾਂ ਦੇ ਗਰਭ ਤੋਂ ਵਿਕਾਸ ਸ਼ੁਰੂ ਹੁੰਦਾ ਅਤੇ ਆਪਣੀ ਕਬਰ ਤੱਕ ਵਿਕਾਸ ਜਾਂਦਾ। ਇਹਨੂੰ ਕਿਹਾ ਜਾਂਦਾ ਫਰੋਮ ਵੋਂਬ ਟੂ ਟੋਂਬ, ਠੀਕ ਹੈ ਜੀ। ਹੁਣ ਇੱਥੇ ਦੇਖੋ ਪੋਸਟ ਚਾਈਲਡਹੁੱਡ ਮਤਲਬ ਚਾਈਲਡਹੁੱਡ ਦੇ ਬਾਅਦ ਵਾਲੀ ਸਟੇਜ ਵਿੱਚ ਨਹੀਂ, ਪ੍ਰੀਨੇਟਲ ਪ੍ਰੀ ਚਾਈਲਡਹੁੱਡ ਜਾਂ ਸਟੇਜ ਆਫ ਇਨਫੈਂਸੀ ਆ ਜਾਏਗਾ ਜੀ ਪ੍ਰੀਨੇਟਲ। ਪ੍ਰੀਨੇਟਲ ਉਹ ਸਟੇਜ ਜਦੋਂ ਬੱਚਾ ਆਪਣੀ ਮਾਂ ਦੇ ਗਰਭ ਦੇ ਵਿੱਚ ਹੈ। ਚਲਦੇ ਹਾਂ ਜੀ ਅਗਲੇ ਕੁਐਸਚਨ 'ਤੇ। ਕਹਿੰਦੇ ਜੀ ਐਡੋਲੈਸੈਂਟਸ ਮੇ ਐਕਸਪੀਰੀਅੰਸ। ਕਹਿੰਦੇ ਜਿਹੜੇ ਐਡੋਲੈਸੈਂਟ ਹੁੰਦੇ ਨੇ ਇਹ ਕੀ ਐਕਸਪੀਰੀਅੰਸ ਕਰ ਸਕਦੇ ਨੇ? ਐਡੋਲੈਸੈਂਟ ਮਤਲਬ ਜਿਹੜੀ ਆਪਣੀ ਕਿਸ਼ੋਰ ਅਵਸਥਾ ਆ ਜਾਂਦੀ, ਜਿਹੜੀ ਟੀਨ ਏਜ ਆ ਜਾਂਦੀ ਹੈ ਆਪਣੇ ਕੋਲ। ਇੱਥੇ ਆਪਣੀਆਂ ਆਪਸ਼ਨਸ ਨੇ ਜੀ ਦ ਫੀਲਿੰਗ ਆਫ ਫੀਅਰ ਅਬਾਊਟ ਹਿਜ਼ ਸਿਨਸ ਕਮਿਟਡ ਇਨ ਚਾਈਲਡਹੁੱਡ। ਕਹਿੰਦੇ ਜੀ ਬੱਚੇ ਨੂੰ ਡਰ ਲੱਗ ਸਕਦਾ ਜਿਹੜੀਆਂ ਉਹਨੇ ਗਲਤੀਆਂ ਕੀਤੀਆਂ ਬਚਪਨ ਦੇ ਵਿੱਚ। ਕਹਿੰਦੇ ਜੀ ਫੀਲਿੰਗ ਆਫ ਸੈਲਫ ਐਕਿਊਟਲਾਈਜੇਸ਼ਨ। ਕਹਿੰਦੇ ਜੀ ਬੱਚਾ ਆਪਣੇ ਆਪ ਨੂੰ ਛੋਟਾ ਸਮਝਣਾ ਸ਼ੁਰੂ ਕਰ ਸਕਦਾ। ਫੀਲਿੰਗ ਆਫ ਸੈਟਾਈਨੇਸ਼ਨ ਅਬਾਊਟ ਲਾਈਫ। ਕਹਿੰਦੇ ਜੀ ਬੱਚਾ ਆਪਦੇ ਆਪ ਨੂੰ ਆਪਣੀ ਲਾਈਫ ਬਾਰੇ ਕੁਝ ਜ਼ਿਆਦਾ ਸੋਚਣਾ ਸ਼ੁਰੂ ਕਰ ਸਕਦਾ। ਜਾਂ ਲਾਸਟ ਆਪਣੇ ਕੋਲ ਆ ਗਈ ਜੀ ਐਨੈਕਸਿਟੀ ਐਂਡ ਕੰਸਰਨ ਅਬਾਊਟ ਦੈਮਸੈਲਫ। ਹੁਣ ਦੇਖੋ ਜੀ ਆਹ ਜਿਹੜੀਆਂ ਤਿੰਨੋਂ ਗੱਲਾਂ ਨੇ ਇਹਨਾਂ ਦਾ ਜਿਹੜਾ ਕੁਛ ਵੀ ਲੈਣਾ ਦੇਣਾ ਆਪਣੀ ਐਡੋਲਸੈਂਸ ਏਜ ਨਾਲ ਨਹੀਂ ਹੈਗਾ। ਬੱਚਾ ਇਸ ਟਾਈਮ 'ਤੇ ਆ ਕੇ ਥੋੜ੍ਹਾ ਚਿੜਚਿੜਾ ਹੋ ਸਕਦਾ ਹੈ, ਆਪਦੇ ਆਪ ਬਾਰੇ ਸੋਚਣਾ ਸ਼ੁਰੂ ਕਰ ਦਿੰਦਾ ਹੈ ਕਿ ਮੈਂ ਐਵੇਂ ਦਾ ਬਣਨਾ ਚਾਹੁੰਦਾ, ਮੈਂ ਇਸ ਤਰ੍ਹਾਂ ਦਾ ਬਣਨਾ ਚਾਹੁੰਦਾ, ਮੈਨੂੰ ਆਹ ਸਟਾਰ ਪਸੰਦ ਹੈ। ਸੋ ਜਿਹੜਾ ਇੱਥੇ ਫੋਰਥ ਆਪਸ਼ਨ ਹੈ ਇਹ ਸਭ ਤੋਂ ਜ਼ਿਆਦਾ ਕੀ ਬਣ ਜਾਏਗਾ ਜੀ ਆਪਣੇ ਕੋਲ ਐਪਰੋਪਰੀਏਟ ਬਣ ਜਾਏਗਾ, ਅਤੇ ਆਪਣਾ ਆਨਸਰ ਇੱਥੇ ਕੀ ਹੋਏਗਾ ਆਪਸ਼ਨ 4। ਚਲਦੇ ਹਾਂ ਜੀ ਅੱਗੇ। ਕਹਿੰਦੇ ਵਿਚ ਇਜ਼ ਦ ਇਨਕਰੈਕਟ ਵੇ ਟੂ ਸਪੋਰਟ ਲੈਂਗੁਏਜ ਡਿਵੈਲਪਮੈਂਟ। ਕਹਿੰਦੇ ਜੀ ਲੈਂਗੁਏਜ ਡਿਵੈਲਪਮੈਂਟ ਨੂੰ ਇੱਥੇ ਸਪੋਰਟ ਕਰਨ ਦਾ ਇਨਕਰੈਕਟ ਵੇ ਕਿਹੜਾ, ਗਲਤ ਵੇ ਕਿਹੜਾ? ਕਹਿੰਦੇ ਲੈਟਿੰਗ ਦ ਚਾਈਲਡ ਟਾਕ ਇਨ ਅਨਇੰਟਰਪਟਲੀ ਔਨ ਦ ਟੋਪਿਕ। ਕਹਿੰਦੇ ਬੱਚੇ ਨੂੰ ਇੱਕ ਟੋਪਿਕ 'ਤੇ ਬਿਨਾਂ ਰੁਕੇ ਗੱਲ ਕਰਨ ਦਿਓ। ਡਿਸਅਪਰੂਵਿੰਗ ਦ ਯੂਜ਼ ਆਫ ਦੇਅਰ ਓਨ ਲੈਂਗੁਏਜ। ਬੱਚੇ ਨੂੰ ਉਹਦੀ ਆਪਦੀ ਲੈਂਗੁਏਜ ਯੂਜ਼ ਕਰਨ ਤੋਂ ਰੋਕੋ। ਠੀਕ ਹੈ ਜੀ। ਹੁਣ ਦੇਖੋ ਵੈਸੇ ਤਾਂ ਇੱਥੇ ਹੀ ਆਪਣਾ ਹੀ ਆਨਸਰ ਬਣ ਜਾਂਦਾ ਕਿ ਕਦੇ ਵੀ ਆਪਾਂ ਜਿਵੇਂ ਦੇਖੋ ਕਈ ਸਕੂਲਸ ਵਿੱਚ ਕੀ ਕੀਤਾ ਜਾਂਦਾ ਜੀ ਆਪਣੀ ਪੰਜਾਬੀ ਮਦਰ ਟੰਗ ਹੈ, ਮਦਰ ਟੰਗ ਨੂੰ ਰੋਕ ਦਿੱਤਾ ਜਾਂਦਾ ਕਿ ਇਹਨੂੰ ਯੂਜ਼ ਨਾ ਕੀਤਾ ਜਾਵੇ, ਬਟ ਇਹ ਚੀਜ਼ ਕੀ ਹੈ ਬਿਲਕੁਲ ਹੀ ਸਰਾਸਰ ਗਲਤ ਹੈ। ਸੋ ਇਹ ਚੀਜ਼ ਨਹੀਂ ਕਰਨੀ ਚਾਹੀਦੀ। ਬਾਕੀ ਸਟਿਲ ਮੈਂ ਅੱਗੇ ਵਾਲੀਆਂ ਆਪਸ਼ਨਸ ਤੁਹਾਡੇ ਲਈ ਰੀਡ ਕਰ ਦਿੰਦਾ। ਕਹਿੰਦੇ ਸਪੋਰਟਿੰਗ ਇਨੀਸ਼ੀਏਸ਼ਨ ਟੇਕਨ ਬਾਈ ਚਾਈਲਡ। ਕਹਿੰਦੇ ਜੀ ਬੱਚੇ ਨੇ ਕੁਛ ਇਨੀਸ਼ੀਏਟਿਵ ਲਿਆ ਅਤੇ ਉਹਨੂੰ ਸਪੋਰਟ ਕਰਨਾ। ਪ੍ਰੋਵਾਈਡਿੰਗ ਓਪਰਚੁਨਿਟੀਜ਼ ਫॉर ਯੂਜ਼ਿੰਗ ਲੈਂਗੁਏਜ। ਜਿਹੜੀਆਂ ਓਪਰਚੁਨਿਟੀਜ਼ ਨੇ ਬੱਚੇ ਨੂੰ ਪ੍ਰੋਵਾਈਡ ਕਰਨੀਆਂ ਆਪਣੀ ਲੈਂਗੁਏਜ ਯੂਜ਼ ਕਰਨ ਲਈ। ਦੇਖੋ ਬਾਕੀ ਤਿੰਨੋਂ ਗੱਲਾਂ ਸਹੀ ਨੇ, ਜਿਹੜੀ ਆਪਣੇ ਕੋਲ ਆਪਸ਼ਨ ਇੱਥੇ ਆ ਰਹੀ ਹੈ ਜੀ ਆਪਸ਼ਨ ਸੈਕਿੰਡ ਉਹ ਕੀ ਹੈ ਇੱਥੇ ਪੂਰੀ ਤਰ੍ਹਾਂ ਗਲਤ ਹੈ। ਠੀਕ ਹੈ ਜੀ। ਚਲਦੇ ਹਾਂ ਅਗਲੇ ਕੁਐਸਚਨ ਵੱਲ। ਕਹਿੰਦੇ ਨਰੇਸ਼ ਐਂਡ ਮੁਕੇਸ਼ ਹੈਵ ਸੇਮ ਏਜ ਗਰੁੱਪ, ਦੇ show quite difference in social and mental development. It is due to the following principle of development. ਦੇਖੋ ਆਪਾਂ ਪਹਿਲਾਂ ਡਿਸਕਸ ਕਰਕੇ ਆਏ ਹਾਂ, ਦੋ ਬੱਚੇ ਨੇ ਜੀ ਸੇਮ ਏਜ ਗਰੁੱਪ ਦੇ, ਬਟ ਉਹਨਾਂ ਦੀਆਂ ਲਰਨਿੰਗ ਸਕਿੱਲਸ ਦੇ ਵਿੱਚ ਬੜਾ ਜ਼ਿਆਦਾ ਅੰਤਰ ਹੈ। ਇਹ ਕਿਉਂ ਹੁੰਦਾ ਜੀ? ਇਹ ਹੁੰਦਾ ਆਪਣੇ ਕੋਲ ਪ੍ਰਿੰਸੀਪਲ ਆਫ ਇੰਡੀਵਿਜੂਅਲਿਟੀ।
ਕੱਲੇ ਕੱਲੇ ਇੱਕ ਹੀ ਇਹਦਾ ਮੈਨੂੰ ਹਿੰਦੀ 'ਚ ਨਾਮ ਨਹੀਂ ਯਾਦ ਆ ਰਿਹਾ, ਹਾਂ ਵਿਅਕਤੀਗਤ ਹੋਣ ਦਾ ਸਿਧਾਂਤ। ਵਿਅਕਤੀਗਤ ਹੋਣ ਦਾ ਸਿਧਾਂਤ ਕੀ ਕਹਿੰਦਾ, ਜਿਹੜੀ ਡਿਵੈਲਪਮੈਂਟ ਹੈ ਇਹ ਵਿਅਕਤੀਗਤ ਹੈ। ਇੱਕ ਪਰਸਨ ਵਿੱਚ ਫਾਸਟ ਵੀ ਹੋ ਸਕਦੀ ਹੈ, ਦੂਜੇ ਵਿੱਚ ਸਲੋ ਵੀ ਹੋ ਸਕਦੀ ਹੈ। ਸੋ ਇਹਦੀਆਂ ਮੈਂ ਆਪਸ਼ਨ ਤੁਹਾਨੂੰ ਦਿਖਾਉਣਾ। ਦੇਖੋ ਜੀ, ਦੇਖੋ ਆਪਸ਼ਨ ਥਰਡ ਆਪਣੇ ਕੋਲ ਪਈ ਹੈ ਜੀ, ਪ੍ਰਿੰਸੀਪਲ ਆਫ ਇੰਡੀਵਿਜੂਅਲਿਟੀ। ਪ੍ਰਿੰਸੀਪਲ ਆਫ ਇੰਡੀਵਿਜੂਅਲਿਟੀ ਕਹਿੰਦਾ ਕਿ ਪਰਸਨ ਟੂ ਪਰਸਨ ਜਿਹੜੀ ਡਿਵੈਲਪਮੈਂਟ ਹੈ ਇਹਦੀ ਜਿਹੜਾ ਰੇਟ ਹੈ ਇਹ ਆਪਣੇ ਕੋਲ ਅਲੱਗ-ਅਲੱਗ ਹੋ ਸਕਦਾ। ਚਲਦੇ ਹਾਂ ਜੀ ਆਪਣੇ ਅਗਲੇ ਕੁਐਸਚਨ ਵੱਲ। ਨੈਕਸਟ ਆ ਗਿਆ, ਕਹਿੰਦੇ ਡਿਵੈਲਪਮੈਂਟ ਅਕਰਸ ਇਨ ਹਿਊਮਨ ਬੀਇੰਗ। ਡਿਵੈਲਪਮੈਂਟ ਕਦੋਂ ਤੱਕ ਚੱਲਦੀ ਰਹਿੰਦੀ ਹੈ? ਪਹਿਲਾਂ ਵੀ ਡਿਸਕਸ ਕਰਕੇ ਆਏ ਹਾਂ, ਮਰਨ ਤੱਕ। ਜਦੋਂ ਤੱਕ ਪਰਸਨ ਦੀ ਡੈਥ ਨਹੀਂ ਹੁੰਦੀ ਡਿਵੈਲਪਮੈਂਟ ਚੱਲਦੀ ਰਹੇਗੀ। ਸੋ ਇਹ ਤੁਸੀਂ ਆਪਸ਼ਨਸ ਖੁਦ ਰੀਡ ਕਰ ਲੈਣਾ। ਇੱਥੇ ਆਪਸ਼ਨ ਦੇਖੋ 4 ਆ ਗਿਆ, ਥਰੂ ਆਊਟ ਦਾ ਲਾਈਫ। ਸਾਰੀ ਉਮਰ ਜਿਹੜੀ ਆਪਣੀ ਡਿਵੈਲਪਮੈਂਟ ਹੈ, ਆਪਣਾ ਵਿਕਾਸ ਹੈ, ਚਾਹੇ ਆਪਾਂ 50 ਸਾਲ ਦੇ ਹੋ ਜਾਈਏ, 60 ਸਾਲ ਦੇ ਹੋ ਜਾਈਏ, ਆਪਾਂ ਹਮੇਸ਼ਾ ਡਿਵੈਲਪ ਕਰਦੇ ਰਹਾਂਗੇ, ਪਹਿਲਾਂ ਨਾਲੋਂ ਬੈਟਰ ਬਣਦੇ ਰਹਾਂਗੇ। ਚਲਦੇ ਹਾਂ ਜੀ ਅੱਗੇ। ਕਹਿੰਦੇ ਵਿਚ ਆਫ ਦ ਫੋਲੋਇੰਗ ਪ੍ਰਿੰਸੀਪਲਸ ਆਫ ਡਿਵੈਲਪਮੈਂਟ ਇਜ਼ ਇਨਕਰੈਕਟ ਵਨ। ਕਹਿੰਦੇ ਜੀ ਇਹਨਾਂ ਵਿੱਚੋਂ ਕਿਹੜਾ ਜਿਹੜਾ ਪ੍ਰਿੰਸੀਪਲ ਹੈ ਉਹ ਇਨਕਰੈਕਟ ਹੈ। ਕਹਿੰਦੇ ਜੀ ਦੇਅਰ ਆਰ ਇੰਡੀਵਿਜੂਅਲ ਡਿਫਰੈਂਸਿਸ ਇਨ ਦ ਡਿਵੈਲਪਮੈਂਟ। ਬਿਲਕੁਲ ਸਹੀ ਗੱਲ ਹੈ। ਡਿਵੈਲਪਮੈਂਟ ਇਜ਼ ਰਿਜ਼ਲਟ ਆਫ ਕੋਇਨਸੀਡੈਂਸ। ਕੋਇਨਸੀਡੈਂਸ ਹੁੰਦਾ ਜੀ ਅਚਾਨਕ ਵਾਪਰਨ ਵਾਲੀਆਂ ਚੀਜ਼ਾਂ, ਠੀਕ ਹੈ ਜੀ। ਅਤੇ ਇੱਥੇ ਹੁਣ ਦੇਖੋ ਗੱਲ ਸਹੀ ਨਹੀਂ ਹੈਗੀ, ਬਟ ਆਪਾਂ ਸਟਿਲ ਮੈਂ ਤੁਹਾਨੂੰ ਕਿਹਾ ਸੀ ਫਸਟ ਆਪਸ਼ਨ ਦੇਖ ਕੇ ਆਨਸਰ ਨਹੀਂ ਦੇਣਾ, ਆਪਾਂ ਅੱਗੇ ਵੀ ਰੀਡ ਕਰਦੇ ਹਾਂ। ਇਟ ਇਜ਼ ਅ ਕੰਟੀਨਿਊਅਸ ਪ੍ਰੋਸੈਸ। ਬਿਲਕੁਲ ਸਹੀ ਗੱਲ ਹੈ। ਡਿਵੈਲਪਮੈਂਟ ਇੱਕ ਕੰਟੀਨਿਊ ਹੋਣ ਵਾਲੀ ਪ੍ਰੋਸੈਸ ਹੈ, ਸਾਰੀ ਉਮਰ ਚੱਲਦੀ ਰਹਿੰਦੀ ਹੈ। ਐਂਡ ਇਟ ਇਜ਼ ਪ੍ਰੈਡਿਕਟੇਬਲ। ਬਿਲਕੁਲ ਸਹੀ ਹੈ। ਡਿਵੈਲਪਮੈਂਟ ਨੂੰ ਪ੍ਰੈਡਿਕਟ ਕੀਤਾ ਜਾ ਸਕਦਾ ਹੈ। ਇੱਕ ਬੱਚੇ ਦੀ ਥੋੜ੍ਹੀ ਜਿਹੀ ਤੁਸੀਂ ਸਟੱਡੀ ਕਰਕੇ ਥੋੜ੍ਹਾ ਆਈਡੀਆ ਦੇ ਸਕਦੇ ਹੋ ਕਿ ਇਹ ਬੱਚਾ ਅੱਗੇ ਕਿਹੜੇ ਸਟਾਈਲ ਵੱਲ, ਕਿਹੜੇ ਇਹਦਾ ਦਿਮਾਗ ਹੈ ਜਿਹੜਾ, ਜਾਂ ਇਹਦਾ ਜਿਹੜਾ ਫਿਜ਼ੀਕਲ ਡਿਵੈਲਪਮੈਂਟ ਹੈ ਕਿਸ ਵੇ ਵੱਲ ਜਾਏਗੀ। ਸੋ ਆਪਣਾ ਜਿਹੜਾ ਇਨਕਰੈਕਟ ਆਪਸ਼ਨ ਹੋਗੀ ਜੀ ਉਹ ਹੋਗੀ ਆਪਸ਼ਨ ਬੀ, ਠੀਕ ਹੈ ਜੀ। ਚਲਦੇ ਹਾਂ ਅੱਗੇ। ਕਹਿੰਦੇ ਫॉर ਦ ਲੈਂਗੁਏਜ ਡਿਵੈਲਪਮੈਂਟ ਆਫ ਚਾਈਲਡ ਇਟ ਇਜ਼ ਇੰਪੋਰਟੈਂਟ ਟੂ। ਕਹਿੰਦੇ ਇੱਕ ਬੱਚੇ ਦੀ ਲੈਂਗੁਏਜ ਡਿਵੈਲਪਮੈਂਟ ਲਈ ਕੀ ਇੰਪੋਰਟੈਂਟ ਹੈ? ਬੱਚੇ ਦੀ ਲੈਂਗੁਏਜ ਡਿਵੈਲਪਮੈਂਟ ਲਈ ਗਿਵ ਦੈਮ ਓਪਰਚੁਨਿਟੀ ਟੂ ਐਕਸਪ੍ਰੈਸ ਦੇਅਰ ਥੋਟਸ। ਸਹੀ ਗੱਲ ਹੈ ਜੀ। ਬੱਚੇ ਨੂੰ ਆਪਾਂ ਓਪਰਚੁਨਿਟੀਜ਼ ਦੇਵਾਂਗੇ ਆਪਣੇ ਵਿਚਾਰ ਪ੍ਰਗਟ ਕਰਨ ਲਈ। ਐਕਟੀਵਿਟੀਜ਼ ਸ਼ੁੱਡ ਬੀ ਔਰਗਨਾਈਜ਼ਡ ਫॉर ਡਿਵੈਲਪਿੰਗ ਲੈਂਗੁਏਜ ਸਕਿੱਲਸ। ਕਹਿੰਦੇ ਐਕਟੀਵਿਟੀਜ਼ ਔਰਗਨਾਈਜ਼ ਕਰਨੀਆਂ ਚਾਹੀਦੀਆਂ ਬੱਚੇ ਦੀ ਲੈਂਗੁਏਜ ਸਕਿੱਲਸ ਨੂੰ ਡਿਵੈਲਪ ਕਰਨ ਵਾਸਤੇ। ਬਿਲਕੁਲ ਸਹੀ ਹੈ ਵੀ ਗੱਲ। ਕਹਿੰਦੇ ਗਿਵ ਪ੍ਰੈਕਟਿਸ ਟੂ ਰਾਈਟਿੰਗ, ਰੀਡਿੰਗ, ਸਪੀਕਿੰਗ ਐਂਡ ਲਿਸਨਿੰਗ। ਕਹਿੰਦੇ ਪ੍ਰੈਕਟਿਸ ਦੇਣੀ ਚਾਹੀਦੀ ਹੈ ਚਾਰੋਂ ਡੋਮੇਨਸ ਨੂੰ, ਰਾਈਟਿੰਗ ਨੂੰ, ਰੀਡਿੰਗ ਨੂੰ, ਸਪੀਕਿੰਗ ਨੂੰ, ਲਿਸਨਿੰਗ ਨੂੰ। ਸੋ ਸਾਰੀਆਂ ਹੀ ਗੱਲਾਂ ਇੱਥੇ ਸਹੀ ਨੇ, ਅਤੇ ਆਪਣਾ ਕੀ ਬਣ ਜਾਏਗਾ ਆਪਸ਼ਨ ਫੋਰਥ, ਆਲ ਆਫ ਦ ਅਬਵ। ਚਲਦੇ ਹਾਂ ਜੀ ਅੱਗੇ। ਕਹਿੰਦੇ ਹਿਊਮਨ ਡਿਵੈਲਪਮੈਂਟ ਇਜ਼, ਇਨਸਾਨੀ ਵਿਕਾਸ ਕੀ ਹੈ? ਕੁਆਂਟੀਟੇਟਿਵ ਜਾਂ ਕੁਆਲੀਟੇਟਿਵ। ਕੁਆਂਟੀਟੇਟਿਵ ਹੁੰਦਾ ਜੀ ਮਾਤਰਾਤਮਕ, ਠੀਕ ਹੈ ਜੀ। ਕੁਆਂਟਿਟੀ ਨਾਲ ਜੋ ਸੰਬੰਧ ਰੱਖੇ। ਕੁਆਲੀਟੇਟਿਵ ਹੁੰਦਾ ਜਿਹੜਾ ਗੁਣ ਨਾਲ ਸੰਬੰਧ ਰੱਖੇ। ਥਰਡ ਉਹਨਾਂ ਨੇ ਆਪਸ਼ਨ ਦਿੱਤੀ ਅਨਮੇਜ਼ਰੇਬਲ ਟੂ ਅ ਸਰਟਨ ਐਕਸਟੈਂਟ, ਕਿ ਮੇਜਰ ਨਹੀਂ ਕੀਤਾ ਜਾ ਸਕਦਾ। ਦੇਖੋ ਇੱਥੇ ਬੈਸਟ ਆਪਣਾ ਆਨਸਰ ਬਣੇਗਾ ਬੋਥ 1 ਐਂਡ 2। ਜਿਹੜੀ ਡਿਵੈਲਪਮੈਂਟ ਇਹਨੂੰ ਕੁਛ ਹੱਦ ਤੱਕ ਆਪਾਂ ਮਾਪ ਵੀ ਸਕਦੇ ਹਾਂ ਅਤੇ ਕੁਛ ਹੱਦ ਤੱਕ ਇਹਨੂੰ ਟੈਸਟ ਕਰ ਸਕਦੇ ਹਾਂ, ਠੀਕ ਹੈ ਜੀ। ਇੱਕ ਚੀਜ਼ ਹੁੰਦੀ ਕੁਆਂਟੀਟੇਟਿਵ। ਕੁਆਂਟੀਟੇਟਿਵ ਨੂੰ ਗਿਣਿਆ ਜਾ ਸਕਦਾ, ਕੁਆਲੀਟੇਟਿਵ ਨੂੰ ਟੈਸਟ ਕੀਤਾ ਜਾ ਸਕਦਾ ਜਾਂ ਅਸੈਸ ਕੀਤਾ ਜਾ ਸਕਦਾ, ਠੀਕ ਹੈ ਜੀ। ਚਲਦੇ ਹਾਂ ਅੱਗੇ। ਨੈਕਸਟ ਆ ਗਿਆ, ਕਹਿੰਦੇ ਲਰਨਿੰਗ ਇਜ਼। ਲਰਨਿੰਗ ਕੀ ਹੈ? ਅ ਚੇਂਜ ਇਨ ਬਿਹੇਵੀਅਰ, ਆਪਣੇ ਬਿਹੇਵੀਅਰ ਵਿੱਚ ਇੱਕ ਚੇਂਜ ਆਉਣਾ। ਅਗਲਾ ਕੁਛ ਆਪਸ਼ਨ ਰੀਡ ਕਰਦੇ ਹਾਂ। ਦ ਰਿਜ਼ਲਟ ਆਫ ਐਕਸਪੀਰੀਅੰਸ ਔਰ ਪ੍ਰੈਕਟਿਸ। ਪ੍ਰੈਕਟਿਸ ਜਾਂ ਐਕਸਪੀਰੀਅੰਸ ਦਾ ਰਿਜ਼ਲਟ। ਰਿਲੇਟਿਵਲੀ ਪਰਮਾਨੈਂਟ ਚੇਂਜ ਇਨ ਬਿਹੇਵੀਅਰ। ਬਿਹੇਵੀਅਰ ਦੇ ਵਿੱਚ ਇੱਕ ਰਿਲੇਟਿਵ ਪਰਮਾਨੈਂਟ ਚੇਂਜ ਆਉਣਾ। ਹਾਂਜੀ ਦੇਖੋ ਤਿੰਨੋਂ ਹੀ ਗੱਲਾਂ ਲਰਨਿੰਗ ਨੂੰ ਲੈ ਕੇ ਸਹੀ ਨੇ। ਸੋ ਇੱਥੇ ਆਪਣਾ ਆਨਸਰ ਕੀ ਬਣ ਜਾਏਗਾ ਜੀ ਆਪਸ਼ਨ ਫੋਰਥ, ਆਲ ਆਫ ਦ ਅਬਵ। ਚਲਦੇ ਹਾਂ ਅੱਗੇ। ਕਹਿੰਦੇ ਫਿਜ਼ੀਕਲ ਗਰੋਥ ਐਂਡ ਡਿਵੈਲਪਮੈਂਟ ਇਜ਼ ਕਾਲਡ। ਕਹਿੰਦੇ ਜੀ ਬੱਚੇ ਦੀ ਫਿਜ਼ੀਕਲ ਗਰੋਥ ਅਤੇ ਡਿਵੈਲਪਮੈਂਟ ਨੂੰ ਕੀ ਬੋਲਿਆ ਜਾਂਦਾ ਹੈ? ਫਿਜ਼ੀਕਲ ਗਰੋਥ ਅਤੇ ਡਿਵੈਲਪਮੈਂਟ ਨੂੰ ਬੋਲਿਆ ਜਾਂਦਾ ਜੀ ਮੈਚੂਰੇਸ਼ਨ, ਠੀਕ ਹੈ ਜੀ। ਬੱਚੇ ਦਾ ਮੈਚਿਓਰ ਹੋਣਾ, ਇਸ ਨੂੰ ਕੀ ਕਹਿ ਦਿੰਦੇ ਹਾਂ ਆਪਾਂ? ਫਿਜ਼ੀਕਲ ਗਰੋਥ ਐਂਡ ਡਿਵੈਲਪਮੈਂਟ। ਚਲਦੇ ਹਾਂ ਜੀ ਅੱਗੇ। ਕਹਿੰਦੇ ਇਨ ਚਾਈਲਡ ਡਿਵੈਲਪਮੈਂਟ, ਕਹਿੰਦੇ ਬੱਚੇ ਦੀ ਡਿਵੈਲਪਮੈਂਟ ਵਿੱਚ ਐਮਫਿਸਿਸ ਇਜ਼ ਔਨ ਪ੍ਰੋਸੈਸ। ਐਮਫਿਸਿਸ ਹੁੰਦਾ ਜੀ ਕਿਸੇ ਚੀਜ਼ 'ਤੇ ਫੋਕਸ ਕਰਨਾ, ਇਹ ਇੱਕ ਆਪਣੀ ਪ੍ਰੋਸੈਸ ਦੇ ਵਿੱਚ ਚੀਜ਼ ਹੁੰਦੀ ਹੈ। ਕਹਿੰਦੇ ਐਮਫਿਸਿਸ ਔਨ ਦ ਰੋਲ ਆਫ ਇਨਵਾਇਰਮੈਂਟ ਐਂਡ ਐਕਸਪੀਰੀਅੰਸ। ਬੱਚੇ ਦਾ ਫੋਕਸ ਕਰਨਾ ਇਨਵਾਇਰਮੈਂਟ 'ਤੇ, ਉਹਦੇ ਐਕਸਪੀਰੀਅੰਸ 'ਤੇ। ਇਟ ਇਜ਼ ਸਟੱਡੀ ਫਰੋਮ ਕੰਸੈਪਸ਼ਨ ਟੂ ਐਡੋਲਸੈਂਸ। ਕਹਿੰਦੇ ਜੀ ਇਹ ਕੰਸੈਪਸ਼ਨ ਮਤਲਬ ਬੱਚੇ ਦੇ ਮਤਲਬ ਬਰਥ ਤੋਂ ਵੀ ਪਹਿਲਾਂ ਦੇ ਟਾਈਮ ਤੋਂ ਲੈ ਕੇ ਐਡੋਲਸੈਂਸ ਹੁੰਦੀ ਕਿਸ਼ੋਰ ਅਵਸਥਾ ਦੀ ਸਟੱਡੀ ਤੱਕ। ਫਿਰ ਡਿਵੈਲਪਮੈਂਟ ਕੀ ਹੈ ਜੀ? ਇਹ ਸਾਰੀਆਂ ਚੀਜ਼ਾਂ ਦਾ ਹੀ ਡਿਵੈਲਪਮੈਂਟ ਦੇ ਵਿੱਚ ਰੋਲ ਆ ਜਾਂਦਾ। ਸੋ ਆਪਣਾ ਆਨਸਰ ਬਣ ਗਿਆ ਜੀ ਆਪਸ਼ਨ 4, ਠੀਕ ਹੈ ਜੀ। ਚਲਦੇ ਹਾਂ ਅਗਲੇ ਕੁਐਸਚਨ 'ਤੇ ਆਪਣੇ ਕੋਲ। ਨੈਕਸਟ ਆ ਗਿਆ ਜੀ ਸਕੋਪ ਆਫ ਸਟੱਡੀ ਆਫ ਚਾਈਲਡ ਡਿਵੈਲਪਮੈਂਟ ਇਜ਼। ਕਹਿੰਦੇ ਜੀ ਬੱਚੇ ਦੀ ਚਾਈਲਡ ਡਿਵੈਲਪਮੈਂਟ ਦੀ ਸਟੱਡੀ ਕਰਨ ਦਾ ਸਕੋਪ ਕੀ ਹੈ?
ਕਹਿੰਦੇ ਸਟੱਡੀ ਆਫ ਡਿਫਰੈਂਟ ਸਟੇਜਿਸ ਆਫ ਚਾਈਲਡ ਡਿਵੈਲਪਮੈਂਟ ਉਹਦੀਆਂ ਅਲੱਗ-ਅਲੱਗ ਸਟੇਜਿਸ ਨੂੰ ਪੜ੍ਹਨਾ। ਸਟੱਡੀ ਆਫ ਇਫੈਕਟਸ ਆਫ ਇਨਵਾਇਰਮੈਂਟ ਔਨ ਚਾਈਲਡ ਡਿਵੈਲਪਮੈਂਟ, ਉਹਦੀ ਇਨਵਾਇਰਮੈਂਟ ਦੇ ਉਹਦੇ 'ਤੇ ਕੀ ਇਫੈਕਟ ਨੇ ਇਹ ਸਟੱਡੀ ਕਰਨਾ। ਸਟੱਡੀ ਆਫ ਇੰਡੀਵਿਜੂਅਲ ਡਿਫਰੈਂਸਿਸ, ਬੱਚੇ ਦੇ ਜਿਹੜੇ ਇਕੱਲੇ ਡਿਫਰੈਂਸਿਸ ਨੇ ਇਕੱਲੇ ਪਰਸਨ ਦੇ ਵਿੱਚ, ਉਹਨਾਂ ਨੂੰ ਸਮਝਣਾ। ਸੋ ਇੱਥੇ ਆਪਣਾ ਆਨਸਰ ਕੀ ਬਣ ਜਾਏਗਾ ਜੀ, ਫੋਰ ਆਲ ਆਫ ਦ ਅਬਵ। ਚਾਰੇ ਆਪਸ਼ਨ ਹੀ ਇਹਦੇ ਵਿੱਚ ਆਪਣੀਆਂ ਇਨਕਲੂਡ ਹੋ ਜਾਣਗੀਆਂ। ਚਲਦੇ ਹਾਂ ਜੀ ਅਗਲੇ ਕੁਐਸਚਨ 'ਤੇ। ਕਹਿੰਦੇ ਫੈਕਟਰਸ ਇਨਫਲੂਐਂਸਿੰਗ ਦ ਇਮੋਸ਼ਨਲ ਡਿਵੈਲਪਮੈਂਟ ਆਰ, ਕਹਿੰਦੇ ਜੀ ਕਿਹੜੇ ਫੈਕਟਰ ਨੇ ਜਿਹੜੇ ਬੱਚੇ ਦੀ ਇਮੋਸ਼ਨਲ ਡਿਵੈਲਪਮੈਂਟ 'ਤੇ ਫ਼ਰਕ ਪਾਉਣਗੇ, ਇਮੋਸ਼ਨਲੀ ਉਹਨੂੰ ਸਟਰੋਂਗ ਜਾਂ ਵੀਕ ਬਣਾਉਣਗੇ। ਫਿਜ਼ੀਕਲ ਹੈਲਥ, ਹਾਂਜੀ ਬਿਲਕੁਲ ਜੀ, ਅਗਰ ਮੈਂ ਫਿਜ਼ੀਕਲੀ ਠੀਕ ਹੋਵਾਂਗਾ ਤਾਂ ਮੈਂ ਇਮੋਸ਼ਨਲੀ ਵੀ ਇਹਦਾ ਮੇਰੇ 'ਤੇ ਅਸਰ ਪਏਗਾ। ਸੋਚੋ ਅਗਰ ਮੈਂ ਫਿਜ਼ੀਕਲੀ ਬਿਮਾਰ ਹਾਂ ਤਾਂ ਮੇਰੇ ਦਿਮਾਗ 'ਤੇ ਉੱਤੇ ਇੱਕ ਗਲਤ ਪ੍ਰਭਾਵ ਜਾਏਗਾ ਕਿ ਮੇਰੀ ਹੈਲਥ ਠੀਕ ਨਹੀਂ ਹੈਗੀ, ਜਾਂ ਮੇਰੇ ਮਨ ਦੇ ਵਿੱਚ ਇਸ ਚੀਜ਼ ਦਾ ਅੱਛਾ ਪ੍ਰਭਾਵ ਨਹੀਂ ਜਾਏਗਾ। ਨੈਕਸਟ ਆਪਣੇ ਕੋਲ ਆ ਗਿਆ ਜੀ ਆਪਣੀਆਂ ਮੈਂਟਲ ਐਬਿਲਿਟੀਜ਼, ਫੈਟੀਗ ਯਾਨੀ ਕਿ ਥਕਾਨ। ਸੋ ਇੱਥੇ ਚਾਰੇ ਹੀ ਜਿਹੜੀਆਂ ਆਪਸ਼ਨਸ ਨੇ ਇਹ ਕੀ ਕਰਦੀਆਂ ਨੇ ਜੀ, ਬੱਚੇ ਦੀ ਇਮੋਸ਼ਨਲ ਡਿਵੈਲਪਮੈਂਟ ਨੂੰ ਫ਼ਰਕ ਪਾਉਂਦੀਆਂ ਨੇ। ਸੋ ਆਪਸ਼ਨ ਬਣ ਗਈ ਜੀ ਆਲ ਆਫ ਦ ਅਬਵ। ਚਲ ਨੈਕਸਟ ਕੁਐਸਚਨ ਹੈ ਜੀ, ਸੋਸ਼ਲ ਡਿਵੈਲਪਮੈਂਟ ਮੀਨਸ ਐਕੁਇਜ਼ੀਸ਼ਨ ਆਫ ਐਬਿਲਿਟੀ ਟੂ ਹੈਵ ਇਨ ਅਕੋਰਡੈਂਸ ਵਿਦ ਸੋਸ਼ਲ ਐਕਸੈਪਸ਼ਨਸ। ਕਹਿੰਦੇ ਜੀ ਮਤਲਬ ਸੋਸ਼ਲ ਡਿਵੈਲਪਮੈਂਟ ਦਾ ਮਤਲਬ ਹੈ ਐਕਵਾਇਰ ਕਰਨਾ ਐਬਿਲਿਟੀ ਨੂੰ ਕਿ ਆਪਾਂ ਆਪਦੇ ਆਪ ਨੂੰ ਢਾਲ ਸਕੀਏ ਸੋਸ਼ਲ ਐਕਸੈਪਸ਼ਨਸ ਦੇ ਨਾਲ। ਇਹ ਗੱਲ ਕਿਹਨੇ ਕਹੀ, ਇਹ ਗੱਲ ਤੁਸੀਂ ਯਾਦ ਰੱਖਣੀ ਹੈ ਜੀ, ਹਰਲੋਕ ਨੇ ਕਹੀ। ਅਤੇ ਇਹ ਕੀ ਨੇ, ਆਪਣੇ ਕੋਲ ਡਿਵੈਲਪਮੈਂਟ ਦੀਆਂ ਕੁਛ ਅਲੱਗ-ਅਲੱਗ ਆਪਣੇ ਕੋਲ ਡੈਫੀਨੇਸ਼ਨਸ ਨੇ, ਇਹਨਾਂ ਨੂੰ ਦੇਖ ਲੈਣਾ ਇੱਕ ਵਾਰ ਕਿ ਕਿਹੜੀ ਵਾਲੀ ਡੈਫੀਨੇਸ਼ਨ ਕਿਹੜੇ ਪਰਸਨ ਨੇ ਦਿੱਤੀ। ਕਈ ਵਾਰ ਇਹ ਵੀ ਚੀਜ਼ ਹੈ ਜਿਹੜੀ ਐਗਜ਼ਾਮੀਨਰ ਕੁਐਸਚਨ ਦੇ ਵਿੱਚ ਪਾ ਦਿੰਦਾ। ਚਲਦੇ ਆ ਜੀ ਅੱਗੇ। ਕਹਿੰਦੇ ਫॉर द ਡਿਵੈਲਪਮੈਂਟ ਔਰ ਫਾਰਮੇਸ਼ਨ ਆਫ ਕੰਸੈਪਟ ਇਨ ਸਟੂਡੈਂਟਸ ਦ ਟੀਚਰ ਸ਼ੁੱਡ। ਕਹਿੰਦੇ ਜੀ ਡਿਵੈਲਪਮੈਂਟ ਦੇ ਲਈ ਜਾਂ ਕੰਸੈਪਟ ਨੂੰ ਬਿਲਡ ਕਰਨ ਦੇ ਲਈ ਬੱਚਿਆਂ ਦੇ ਵਿੱਚ ਟੀਚਰ ਨੂੰ ਕੀ ਕਰਨਾ ਚਾਹੀਦਾ। ਕਹਿੰਦੇ ਫੋਲੋ ਸਿੰਪਲ ਟੂ ਕੰਪਲੈਕਸ ਮੈਥਡ ਆਫ ਟੀਚਿੰਗ। ਕਹਿੰਦੇ ਪ੍ਰੋਵਾਈਡ ਓਪਰਚੁਨਿਟੀ ਟੂ ਸਟੂਡੈਂਟ ਫॉर ਐਂਪਲ ਐਕਸਪੀਰੀਅੰਸ। ਬੱਚੇ ਨੂੰ ਓਪਰਚੁਨਿਟੀ ਦੇਣੀ ਚਾਹੀਦੀ ਹੈ ਕਿ ਉਹ ਆਪਣਾ ਐਕਸਪੀਰੀਅੰਸ ਯੂਜ਼ ਕਰ ਸਕੇ। ਪ੍ਰੋਵਾਈਡ ਓਪਰਚੁਨਿਟੀ ਟੂ ਸਟੂਡੈਂਟਸ ਫॉर ਟ੍ਰਾਂਸਫਰ ਆਫ ਫੋਰਮਡ ਕੰਸੈਪਟਸ। ਬੱਚੇ ਨੂੰ ਓਪਰਚੁਨਿਟੀ ਦੇਣੀ ਹੋਈ ਚਾਹੀਦੀ ਹੈ ਕਿ ਜਿਹੜੇ ਉਹਦੇ ਕੰਸੈਪਟਸ ਬਣੇ ਨੇ ਉਹਨਾਂ ਨੂੰ ਟ੍ਰਾਂਸਫਰ ਕਰੇ। ਜਾਂ ਲਾਸਟ ਹੈ ਫੋਲੋ ਆਲ ਦ ਅਬਵ ਐਕਟੀਵਿਟੀਜ਼। ਹੁਣ ਦੇਖੋ ਜੀ ਸਾਰੀਆਂ ਗੱਲਾਂ ਹੀ ਸਹੀ ਨੇ, ਸਿੰਪਲ ਟੂ ਕੰਪਲੈਕਸ ਮੈਥਡ ਪੜ੍ਹਾਓ, ਬੱਚੇ ਦਾ ਕੰਸੈਪਟ ਬਿਲਡ ਹੋਏਗਾ, ਫਿਰ ਉਹਨੂੰ ਓਪਰਚੁਨਿਟੀ ਦਿਓ ਕਿ ਉਹ ਐਕਸਪੀਰੀਅੰਸ ਕਰ ਸਕੇ, ਫਿਰ ਜੋ ਉਹਨੇ ਐਕਸਪੀਰੀਅੰਸ ਕੀਤਾ ਜੋ ਉਹਦੇ ਵਿੱਚ ਸਮਝ ਆਈ ਹੈ ਉਹਨੂੰ ਟ੍ਰਾਂਸਫਰ ਵੀ ਕਰ ਸਕੇ। ਤਿੰਨੋਂ ਦੀਆਂ ਤਿੰਨੋਂ ਗੱਲਾਂ ਇੱਥੇ ਕਰੈਕਟ ਨੇ। ਸੋ ਆਪਣਾ ਆਨਸਰ ਬਣ ਜਾਏਗਾ ਜੀ ਆਪਸ਼ਨ ਡੀ। ਚਲਦੇ ਹਾਂ ਜੀ ਅੱਗੇ। ਕਹਿੰਦੇ ਫॉर द ਡਿਵੈਲਪਮੈਂਟ ਆਫ ਇਮੈਜੀਨੇਸ਼ਨ। ਕਹਿੰਦੇ ਇਮੈਜੀਨੇਸ਼ਨ ਦੇ ਡਿਵੈਲਪਮੈਂਟ ਲਈ ਸੈਂਸ ਔਰਗਨ ਸ਼ੁੱਡ ਬੀ ਟ੍ਰੇਨਡ। ਬੱਚੇ ਦੇ ਸੈਂਸ ਔਰਗਨ ਨੂੰ ਟ੍ਰੇਨ ਕਰਨਾ ਚਾਹੀਦਾ ਹੈ। ਸਟੋਰੀ ਸ਼ੁੱਡ ਬੀ ਨਰੇਟਡ। ਅਟੈਂਸ਼ਨ ਸ਼ੁੱਡ ਬੀ ਪੇਡ ਔਨ ਦ ਡਿਵੈਲਪਮੈਂਟ ਆਫ ਕ੍ਰੀਏਟਿਵ ਟੈਂਡੈਂਸੀਜ਼। ਜਾਂ ਆਲ ਆਫ ਦ ਐਕਟੀਵਿਟੀਜ਼ ਸ਼ੁੱਡ ਬੀ ਕੈਰਿਡ। ਦੇਖੋ ਜੀ ਕਹਿੰਦੇ ਇਮੈਜੀਨੇਸ਼ਨ ਨੂੰ ਬਿਲਡ ਕਰਨ ਲਈ ਉਹਦੇ ਸੈਂਸ ਔਰਗਨਸ ਐਕਟਿਵ ਕਰਨੇ ਪੈਣਗੇ, ਸਟੋਰੀ ਸੁਣਾਉਣੀਆਂ ਪੈਣਗੀਆਂ, ਅਤੇ ਆਪਾਂ ਨੂੰ ਕੀ ਕਰਨਾ ਪਏਗਾ, ਉਹਦੀਆਂ ਜਿਹੜੀਆਂ ਕ੍ਰੀਏਟਿਵ ਟੈਂਡੈਂਸੀਜ਼ ਨੇ, ਕ੍ਰੀਏਟਿਵ ਚੀਜ਼ਾਂ 'ਚ ਉਹਦਾ ਇੰਟਰਸਟ ਹੈ ਉਹਨੂੰ ਬੜਾਵਾ ਦੇਣਾ ਪਏਗਾ। ਤਿੰਨੋਂ ਦੀਆਂ ਤਿੰਨੋਂ ਗੱਲਾਂ ਹੀ ਇੱਥੇ ਸਹੀ ਨੇ। ਸੋ ਇੱਥੇ ਕੀ ਆ ਜਾਏਗਾ ਆਪਣੇ ਕੋਲ ਆਨਸਰ ਫੋਰਥ। ਨੈਕਸਟ ਚਲਦੇ ਹਾਂ। ਦ ਮੋਸਟ ਐਪਰੋਪਰੀਏਟ ਮੀਨਿੰਗ ਆਫ ਲਰਨਿੰਗ ਇਜ਼। ਕਹਿੰਦੇ ਜੀ ਲਰਨਿੰਗ ਦਾ ਆਪਣੇ ਕੋਲ ਸਭ ਤੋਂ ਇੱਥੇ ਐਪਰੋਪਰੀਏਟ ਮੀਨਿੰਗ ਕੀ ਹੈ। ਫਸਟ ਆਪਸ਼ਨ ਹੈ ਜੀ ਐਕੁਇਜ਼ੀਸ਼ਨ ਆਫ ਸਕਿੱਲਸ, ਸਕਿੱਲਸ ਨੂੰ ਐਕਵਾਇਰ ਕਰ ਲੈਣਾ। ਦੂਜਾ ਜੀ ਇਨਕਲਕੇਸ਼ਨ ਆਫ ਨੌਲੇਜ, ਨੌਲੇਜ ਨੂੰ ਇਕੱਠਾ ਕਰ ਲੈਣਾ। ਤੀਜਾ ਹੈ ਜੀ ਮੋਡੀਫਿਕੇਸ਼ਨ ਆਫ ਬਿਹੇਵੀਅਰ। ਅਤੇ ਫੋਰਥ ਹੈ ਜੀ ਆਪਣੇ ਕੋਲ ਪਰਸਨਲ ਐਡਜਸਟਮੈਂਟ। ਹੁਣ ਦੇਖੋ ਇੱਥੇ ਜੇ ਮੈਂ ਤੁਹਾਨੂੰ ਬੈਸਟ ਆਨਸਰ ਕਹਾਂ ਲਰਨਿੰਗ ਦਾ, ਇੱਥੇ ਆਪਣੇ ਕੋਲ ਕੀ ਆ ਜਾਂਦਾ ਜੀ, ਇੱਥੇ ਆਪਣੇ ਕੋਲ ਜੇ ਐਂਡਰਸਨ ਦੁਆਰਾ ਆਪਣੇ ਕੋਲ ਇੱਕ ਡੈਫੀਨੇਸ਼ਨ ਦਿੱਤੀ ਗਈ ਹੈ। ਉਹਨਾਂ ਜੇ ਕਿਹਾ ਜੀ ਕਿ ਲਰਨਿੰਗ ਜਿਹੜੀ ਉਹ ਕੀ ਆਪਣੇ ਕੋਲ ਮੋਡੀਫਿਕੇਸ਼ਨ ਆਫ ਬਿਹੇਵੀਅਰ ਤੋਂ ਆਉਂਦੀ ਹੈ। ਸੋ ਇੱਥੇ ਆਪਣਾ ਕੀ ਆਨਸਰ ਬਣ ਜਾਏਗਾ ਜੀ ਮੋਡੀਫਿਕੇਸ਼ਨ ਆਫ ਬਿਹੇਵੀਅਰ। ਆਪਾਂ ਜਦੋਂ ਕਿਸੇ ਚੀਜ਼ ਨੂੰ ਸਮਝ ਕੇ ਆਪਣੇ ਬਿਹੇਵੀਅਰ ਦੇ ਵਿੱਚ ਉਹ ਚੀਜ਼ ਬਾਰੇ ਅਡੈਪਟ ਕਰ ਲੈਂਦੇ ਹਾਂ ਉਹਨੂੰ ਕੀ ਆਪਾਂ ਕਹਿ ਦਈਦਾ ਜੀ ਲਰਨਿੰਗ। ਅੱਗੇ ਚੱਲਦੇ ਹਾਂ ਜੀ। ਕਹਿੰਦੇ ਵਿਚ ਆਫ ਦ ਫੋਲੋਇੰਗ ਸੀਕੁਐਂਸ ਆਫ ਹਿਊਮਨ ਡਿਵੈਲਪਮੈਂਟ। ਕਹਿੰਦੇ ਕਰੈਕਟ ਸੀਕੁਐਂਸ ਕੀ ਹੈ। ਦੇਖੋ ਜੀ ਸਭ ਤੋਂ ਪਹਿਲਾਂ ਇਨਫੈਂਸੀ, ਚਾਈਲਡਹੁੱਡ, ਐਡੋਲਸੈਂਸ ਅਤੇ ਅਡਲਟਹੁੱਡ। ਆਪਸ਼ਨ ਕਿਹੜੀ ਬਣ ਜਾਏਗੀ ਜੀ ਬੀ। ਚੈੱਕ ਕਰੋ। ਇਨਫੈਂਸੀ ਮਤਲਬ ਜਦੋਂ ਬੱਚਾ ਛੋਟਾ ਹੈ, ਫਿਰ ਚਾਈਲਡਹੁੱਡ ਬਚਪਨ, ਐਡੋਲਸੈਂਸ ਕਿਸ਼ੋਰ ਅਵਸਥਾ, ਅਤੇ ਅਡਲਟਹੁੱਡ ਮਤਲਬ ਜਦੋਂ ਵੱਡਾ ਹੋ ਗਿਆ। ਚਲਦੇ ਆ ਜੀ ਅੱਗੇ। ਕਹਿੰਦੇ ਵਿਚ ਵਨ ਆਫ ਦ ਫੋਲੋਇੰਗ ਪ੍ਰੋਵਾਈਡ ਇਨਫੋਰਮੇਸ਼ਨ ਅਬਾਊਟ ਦ ਰੂਲਸ ਐਂਡ ਦ ਬਿਹੇਵੀਅਰਸ ਵਿਚ ਆਰ ਅਸੈਪਟੇਬਲ ਇਨ ਗਰੁੱਪਸ ਡਿਊਰਿੰਗ ਦ ਅਰਲੀ ਚਾਈਲਡਹੁੱਡ ਪੀਰੀਅਡ। ਕਹਿੰਦੇ ਜੀ ਵਿਚ ਵਨ ਆਫ ਦ, ਹੁਣ ਦੇਖੋ ਇੱਥੇ ਕੁਐਸਚਨ ਨੂੰ ਸਮਝਣਾ। ਕਹਿੰਦੇ ਇਹਨਾਂ ਵਿੱਚੋਂ ਕੌਣ ਆਪਾਂ ਨੂੰ ਦੱਸਦਾ ਰੋਲਸ ਅਤੇ ਬਿਹੇਵੀਅਰ ਵਾਸਤੇ ਕਿ ਕਿਹੜੇ ਗਰੁੱਪ ਦੇ ਵਿੱਚ ਅਸੈਪਟ ਕੀਤੇ ਜਾਣਗੇ ਅਰਲੀ ਚਾਈਲਡਹੁੱਡ ਦੇ ਵਿੱਚ ਅਤੇ ਕਿਹੜੇ ਨਹੀਂ ਕੀਤੇ ਜਾਣਗੇ। ਹੁਣ ਇਹ ਚੀਜ਼ਾਂ ਬਾਰੇ ਆਪਾਂ ਨੂੰ ਦੱਸਿਆ ਜਾਂਦਾ ਜੀ
ਸੌਰੀ। ਦੇਖੋ ਜੀ, ਇਹ ਚੀਜ਼ਾਂ ਬਾਰੇ ਆਪਾਂ ਨੂੰ ਦੱਸਿਆ ਜਾਂਦਾ ਹੈ ਆਪਣੇ ਪੇਰੈਂਟਸ ਅਤੇ ਆਪਣੇ ਸਿਬਲਿੰਗਸ ਦੁਆਰਾ, ਠੀਕ ਹੈ ਜੀ। ਅਰਲੀ ਚਾਈਲਡਹੁੱਡ ਦੇ ਵਿੱਚ ਕੀ ਹੋਏਗਾ, ਆਪਣੇ ਪੇਰੈਂਟਸ ਅਤੇ ਆਪਣੇ ਸਿਬਲਿੰਗ ਆਪਾਂ ਨੂੰ ਸਿਖਾਉਂਦੇ ਨੇ, ਹਾਂਜੀ ਇਸ ਤਰ੍ਹਾਂ ਕਰਨਾ ਹੈ, ਆਹ ਚੀਜ਼ ਨਹੀਂ ਕਰਨੀ। ਜਿਹੜੇ ਆਪਣੀਆਂ ਬੇਸਿਕ ਕੁਆਲਿਟੀਜ਼ ਨੇ ਉਹ ਦਿੱਤੀਆਂ ਜਾਂਦੀਆਂ ਨੇ ਸਿਬਲਿੰਗਸ ਦੁਆਰਾ। ਚਲਦੇ ਹਾਂ ਜੀ ਅੱਗੇ। ਕਹਿੰਦੇ ਵਿਚ ਵਨ ਆਫ ਦਾ ਫੋਲੋਇੰਗ ਏਜ ਗਰੁੱਪਸ ਫਾਲਜ਼ ਅੰਡਰ ਲੇਟਰ ਚਾਈਲਡਹੁੱਡ। ਲੇਟਰ ਚਾਈਲਡਹੁੱਡ ਦੇ ਵਿੱਚ ਕਿਹੜਾ ਸਮਾਂ ਆ ਜਾਂਦਾ ਹੈ? ਮੈਂ ਤੁਹਾਨੂੰ ਪਹਿਲਾਂ ਕਿਹਾ ਸੀ 7 ਤੋਂ 11, ਇੱਥੇ ਆਪਸ਼ਨ ਵਿੱਚ ਦਿੱਤਾ ਜੀ 6 ਤੋਂ 11, ਇਹਨੂੰ ਬੋਲ ਦਿੰਦੇ ਨੇ ਜੀ ਉੱਤਰ ਬਾਲ ਅਵਸਥਾ। ਇੱਕ ਪੂਰਵ ਬਾਲ ਅਵਸਥਾ, ਇੱਕ ਉੱਤਰ ਬਾਲ ਅਵਸਥਾ, ਯਾਨੀ ਕਿ ਲੇਟਰ ਚਾਈਲਡ। ਸੋ ਇਹ ਸੀ ਆਪਣੀ ਅੱਜ ਦੀ ਵੀਡੀਓ। ਇਹਦੇ ਵਿੱਚ ਆਪਾਂ ਸਾਰੇ ਪ੍ਰੀਵੀਅਸ ਈਅਰ ਚੈਪਟਰ ਵਾਈਜ਼ ਡਿਸਕਸ ਕੀਤੇ। ਐਵੇਂ ਹੀ ਤੁਹਾਡੇ ਲਈ ਮੈਂ ਹੋਰ ਵੀਡੀਓਜ਼ ਲੈ ਕੇ ਆਉਂਦਾ ਰਹਾਂਗਾ, ਅਤੇ ਇਹ ਆਪਣੀ ਜਿਹੜੀ PDF ਹੈ ਤੁਹਾਨੂੰ ਟੈਲੀਗ੍ਰਾਮ ਚੈਨਲ 'ਤੇ ਮਿਲ ਜਾਏਗੀ। ਅਤੇ ਅਗਰ ਤੁਹਾਨੂੰ ਵੀਡੀਓ ਅੱਛੀ ਲੱਗੀ ਹੋਏ ਤਾਂ ਆਪਣੇ ਦੋਸਤਾਂ ਮਿੱਤਰਾਂ ਨਾਲ ਸ਼ੇਅਰ ਕਰੋ, ਸੋ ਦੈਟ ਸਾਨੂੰ ਵੀ ਇੱਕ ਮੋਟੀਵੇਸ਼ਨ ਮਿਲ ਸਕੇ ਅਤੇ ਬਾਕੀ ਵੀ ਸਾਰੇ ਇਸ ਵੀਡੀਓ ਦਾ ਫਾਇਦਾ ਉਠਾ ਸਕਣ। ਧੰਨਵਾਦ।